वाहिगुरु जी का खालसा वाहिगुरु जी की फतेह। दसा पातशाहियां दी हाजर नाजर जोत गुरता गद्दी ते विराजमान श्री गुरु ग्रंथ साहिब जियां दी पावन गोद विच जुड़ बैठी गुरु प्यारी साध संगत जीओ, सतगुरां दी किरपा दे नाल दिन चढ़िया बड़ा सुहावना बतीत होया है। संध्या दा वक्त गुरु चरना विच इकत्तर होने का प्राप्त होया है। आओ गुरु प्रीत विच भेज के इनू सफला बनाइए। सतगुरां दी पावन अमृतमयी कथा दे विचों कल दे दीवाना विच आप जी ने सरवण कीता सी। सतगुरां दे सत्कारयोग पिता कल्याण चंद जी ज्यों ही अपने पुत दे दोने हत्थां नूं खाली वेखदे ने, चंगे माड़े बोल बोले, इत्थों तक कह दिता अज तो बाद मेरे घर आउण दी जरूरत नहीं। अपना कमाओ ते अपना ही खाओ, तेरा मेरा कोई नाता नहीं। पिता जी के वचन बड़े कठोर ने, ना सहन योग ने। गुरु पातशाह फिर भी शांत रहे। किसी ने जाकर के राय बुलार जी के कोले सारा दृश्य फिल्माया। उन्हें उसे वेले सतगुरां दे पिता नूं अपनी कचहरी च बुलाया। आखण लगे तू पत्थर तो भी कठोर है, तैनूं हर वेले माया दा मोह ही सताउंदा है। तू चाह के भी अपने पुत दी पछाण नहीं कर सकदा। जदों राय बुलार जी ने बड़ा कुछ आखिया, गुस्से विच सतगुरां दे पिता भी आखदे पुछ लो बुला के, सोने की मुदरी छाप ते कीमती गड़बा किनू दिता है। दिन रात साधा फकीरां बेलड़ां दे संग च रहिंदा है। कदे कुछ कमाउणा नहीं, कुछ लिया के देना नहीं। मैं कदों तक दे सकदा तुहानूं। गुरु नानक साहब सच्चे पातशाह नूं भी दरबार विच बुलाया गया। गुरु साहब का पक्ष भी सुनिया, पर राय बुलार जी जानते ने यह झगड़ा खत्म होने वाला नहीं। इन्हां सारे प्रसंगां नूं विस्तार सहित आप जी ने सरवण कीता है। आओ जी कुछ समा मन चित बिरतियां नूं एकाग्र चित बनाइए। बख्शो आसीस। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। हों कहते जे कमाए कै आनत, होवत हैं ना विचार करही।
ਰਾਏ ਬੁਲਾਰ ਜੀ ਦੀ ਸਭਾ ਦੇ ਵਿੱਚ ਮਹਿਤਾ ਕਾਲੂ ਜੀ ਆਪਣਾ ਪੱਖ ਪੇਸ਼ ਕਰਦੇ ਨੇ, ਪਰ ਗੁੱਸਾ ਬਹੁਤ ਹੈ। ਰਾਏ ਬੁਲਾਰ ਜੀ ਉਹ ਦਿਨ ਦੱਸ ਦਿਓ ਬਚਪਨ ਤੋਂ ਲੈ ਕੇ ਅੱਜ ਤੱਕ, ਜਿਸ ਦਿਨ ਇਹਨੇ ਕਦੇ ਆਪਣੇ ਪਰਿਵਾਰ ਲਈ ਤੇ ਆਪਣੇ ਲਈ ਇੱਕ ਕੌਡੀ ਵੀ ਕਮਾਈ ਹੋਵੇ। ਹਰ ਵਾਰ ਤੁਸੀਂ ਮੈਨੂੰ ਗੁਨਾਹਗਾਰ ਬਣਾਉਂਦੇ ਹੋ, ਹਰ ਵਾਰ ਤੁਸੀਂ ਮੈਨੂੰ ਮੰਦਾ ਚੰਗਾ ਕਹਿ ਦਿੰਦੇ ਹੋ, ਮੈਂ ਸੁਣ ਲੈਂਦਾ। ਪੁੱਛ ਲਓ ਆਪ ਹੀ, ਜੇ ਦੱਸ ਦਏਗਾ ਸੋਨੇ ਦੀ ਛਾਪ ਕਿੱਥੇ ਹੈ ਤੇ ਚਾਂਦੀ ਦਾ ਕੜਵਾ ਕਿੱਥੇ ਹੈ, ਮੈਂ ਕੁਝ ਨਹੀਂ ਕਹਿੰਦਾ। ਮੰਨਿਆ ਚੀਜ਼ਾਂ ਗਵਾ ਦਿੱਤੀਆਂ ਨੇ, ਪੁੱਛੇ ਤੋਂ ਚੁੱਪ ਰਹਿੰਦਾ ਕਿ ਇਹ ਸਭ ਕੁਝ ਫਾਲਤੂ ਵਿੱਚ ਹੈ। ਮੈਂ ਕਮਾ ਕੇ ਲੈ ਕੇ ਆਉਣਾ, ਬਰਬਾਦੀ ਵਾਸਤੇ ਨਹੀਂ। ਚਲੋ ਇਹ ਆਪਣੀ ਕਮਾਈ ਦੀ ਗੱਲ ਛੱਡੇ, ਵੀ ਮੈਨੂੰ ਕਮਾ ਕੇ ਕੀ ਦੇਣਾ ਹੈ, ਆਪ ਕਮਾਵੇ ਤੇ ਆਪ ਹੀ ਗਵਾ ਲਏ, ਮੈਨੂੰ ਫਰਕ ਨਹੀਂ ਹੈ, ਪਰ ਕੁਛ ਕਰੇ ਤੇ ਸਹੀ ਨਾ। ਕਦੇ ਵੀ ਮੈਂ ਸੁੱਖ ਦਾ ਸਾਹ ਨਹੀਂ ਲਿਆ। ਮੈਨੂੰ ਆਪਣੇ ਇਸ ਪੁੱਤ ਤੋਂ ਕਦੇ ਠੰਡੀ ਛਾਂ ਤੇ ਠੰਡੀ ਹਵਾ ਨਹੀਂ ਆਈ, ਤੇ ਮੈਨੂੰ ਲੱਗਦਾ ਮੇਰੀ ਏਦਾਂ ਹੀ ਨਿਕਲ ਜਾਣੀ ਉੱਪਰ ਸਾਰੀ। ਇਹ ਬਦਲ ਨਹੀਂ ਸਕਦਾ, ਸੁਧਰ ਨਹੀਂ ਸਕਦਾ। ਸਤਿਗੁਰਾਂ ਦੇ ਪਿਤਾ ਗੁਰੂ ਨਾਨਕ ਸਾਹਿਬ ਨੂੰ ਏਦਾਂ ਦੇ ਅਲਫਾਜ਼ ਵਰਤ ਰਹੇ ਆ, ਪਿਤਾ ਹੈ, ਬੋਲਣ ਦਾ ਹੱਕ ਹੈ, ਮਾਪੇ ਕੁਝ ਵੀ ਕਹਿ ਸਕਦੇ ਨੇ, ਗੁੱਸਾ ਕਰਦਾ। ਰਾਏ ਬੁਲਾਰ ਵੀ ਮਾਪਿਆਂ ਦੇ ਬਰਾਬਰ ਨੇ, ਉਹ ਵੀ ਇੱਕ ਮਹਾਂਪੁਰਖ ਨੇ, ਬੇਸ਼ੱਕ ਰਾਜਾ ਹੈ ਪਰ ਜੀਰੂ ਦਾ ਮਾਲਕ ਹੈ। ਗੁਰੂ ਸਾਹਿਬ ਦੇ ਸਨਮੁਖ ਜਦੋਂ ਬੜੇ ਸ਼ਬਦ ਬੋਲੇ, ਪਿਤਾ ਜੀ ਆਖਣ ਲੱਗੇ ਮੈਂ ਇਹਦੀ ਕਮਾਈ ਤੋਂ ਕੀ ਲੈਣਾ, ਅਸੀਂ ਖੁਦ ਕਮਾ ਲਾਂਗੇ, ਆਪਣਾ ਕਮਾ ਕੇ ਆਪਣਾ ਆਪ ਸੰਭਾਲ ਲਵੇ, ਇੰਨਾ ਹੀ ਕਾਫੀ ਹੈ। ਜੋ ਇਸ ਬੈਸ ਸਮਾਨ ਹੁਟੇ, ਘਰ ਕਾਰ ਸੰਭਾਰ ਲਈ ਸਭ ਤਾਹੀ। ਇਸ ਦੀ ਉਮਰ ਦੇ ਬੱਚੇ ਸਵੇਰੇ ਘਰੋਂ ਨਿਕਲਦੇ ਨੇ, ਸ਼ਾਮ ਨੂੰ ਥੱਕ ਕੇ ਘਰ ਵੜਦੇ ਨੇ, ਕੰਮ ਕਰਦੇ ਨੇ ਆਪਣੇ ਲਈ ਤੇ ਆਪਣਿਆਂ ਲਈ। ਪੁੱਛੋ ਇਹਨੂੰ, ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਹਲਾ ਪਿਆ ਰਹਿੰਦਾ, ਕੰਮ ਧੰਦਾ ਕੋਈ ਨਹੀਂ, ਗੱਲਬਾਤ ਕੋਈ ਨਹੀਂ, ਨਾ ਕਿਸੇ ਨਾਲ ਬੋਲਣਾ ਤੇ ਨਾ ਕਿਸੇ ਨੂੰ ਬੁਲਾਉਣਾ, ਨਾ ਕਿਸੇ ਨਾਲ ਉੱਠਣਾ ਬੈਠਣਾ। ਰਾਏ ਬੁਲਾਰ ਜੀ ਦੱਸੋ, ਜੇ ਕਮਾਉਂਦਾ ਨਹੀਂ ਬੰਦਾ ਤੇ ਕਾਹਦਾ ਬੰਦਾ? ਪਿਤਾ ਜੀ ਦੁਨਿਆਵੀ ਤੌਰ ਤੇ ਸੋਚ ਰਹੇ ਨੇ, ਦੁਨਿਆਵੀ ਤੌਰ ਤੇ ਬੋਲ ਰਹੇ ਨੇ, ਉਹ ਆਪਣੀ ਥਾਂ ਤੇ ਸਹੀ ਨੇ ਤੇ ਗੁਰੂ ਸਾਹਿਬ ਆਪਣੀ ਥਾਂ। ਕਹਿੰਦੇ ਮੇਰੀ ਇਹਦੇ ਨਾਲ ਨਹੀਂ ਨਿਭਣੀ, ਮੈਂ ਨਹੀਂ ਚਾਹੁੰਦਾ ਨਾਨਕ ਮੇਰੇ ਘਰ ਆਵੇ। ਪਿਤਾ ਦੇ ਸ਼ਬਦ ਨੇ, ਰੱਬ ਨੂੰ ਵੀ ਸੁਣਨਾ ਪਿਆ, ਸਹਿਣਾ ਪਿਆ, ਤੇ ਆਪਾਂ ਨੂੰ ਤੇ ਘਰ ਦੇ ਕਦੇ ਮਾੜੀ ਮੋਟੀ ਗੱਲ ਕਹਿ ਦੇਣ ਤੇ ਕਈ ਮਹੀਨੇ ਫੋਨ ਨਹੀਂ ਕਰਦੇ, ਕਹਿ ਕਿਉਂ ਦਿੱਤਾ? ਪਰ ਵੇਖੋ ਪਿਤਾ ਜੀ ਆਖਣ ਲੱਗੇ ਮੇਰੇ ਘਰ ਆਉਣ ਦੀ ਲੋੜ ਨਹੀਂ, ਆਪਣਾ ਕਮਾਵੇ ਤੇ ਆਪਣਾ ਖਾਵੇ, ਪਰ ਸਾਡਾ ਬਰਬਾਦ ਨਾ ਕਰੇ। ਆਖੋ ਸਤਿਨਾਮ। ਅਸੀਂ ਹੁਣ ਨਹੀਂ ਚੱਲ ਸਕਦੇ, ਬੜੇ ਘਾਟੇ ਖਾਦੇ ਨੇ, ਬੜੇ ਨੁਕਸਾਨ ਝੱਲੇ ਨੇ। ਔਰ ਨ ਜਾਣਤ ਕਾਜ ਕਛੂ ਇਹ, ਦੇਵਨ ਕੋ ਸਭ ਤੀਸਰ ਸਾਹੀ। ਭਰੇ ਦਰਬਾਰ ਵਿੱਚ ਪੁੱਛ ਲੋ, ਦਾਨ ਕਰਨ ਤੋਂ ਇਲਾਵਾ, ਵੰਡਣ ਤੋਂ ਬਗੈਰ ਇਹਨੂੰ ਜ਼ਿੰਦਗੀ 'ਚ ਕੋਈ ਹੋਰ ਕੰਮ ਆਉਂਦਾ ਹੋਵੇ? ਲੋਕਾਂ ਦੇ ਜਵਾਕ, ਲੋਕਾਂ ਦੇ ਬੱਚੇ ਤੇ ਇਕੱਠਾ ਕਰਕੇ ਘਰ ਲੈ ਕੇ ਆਉਂਦੇ, ਘਰ ਦਾ ਫਿਕਰ ਕਰਦੇ, ਇਹ ਲੋਕਾਂ ਦਾ ਕਰਦਾ। ਹੁਣ ਪਿਤਾ ਜੀ ਦੇ ਸ਼ਬਦ ਕੌੜੇ ਵੀ ਨੇ ਪਰ ਜਾਇਜ਼ ਵੀ ਨੇ। ਇਹ ਚੀਜ਼ਾਂ ਰੱਬ ਤੇ ਝੁਕਾਈਆਂ ਨਹੀਂ ਜਾ ਸਕਦੀਆਂ, ਉਹ ਤੇ ਨਹੀਂ ਝੁਕਦੀਆਂ, ਪਰ ਦੁਨੀਆ ਦੇ ਵਾਸਤੇ ਸਿੱਖਿਆ ਬੜੀ ਵਧੀਆ ਹੈ। ਸੰਸਾਰ ਕਹਿੰਦਾ ਹੈ ਕੁਛ ਕਮਾਓ, ਕਮਾ ਕੇ ਲੈ ਕੇ ਆਓ। ਰੱਬ ਵਾਲੇ ਕਹਿੰਦੇ ਆ ਆਪ ਕਮਾਓ, ਦੂਜੇ ਨੂੰ ਛਕਾਓ, ਵੰਡੋ ਤੇ ਵੰਡਾਓ। ਫਰਕ ਇੰਨਾ ਬਸ। ਰਾਏ ਬੁਲਾਰ ਸੁਣ ਰਹੇ ਨੇ, ਪਰ ਉਹਨਾਂ ਨੂੰ ਲੱਗਦਾ ਹੈ ਵੀ ਗੁਰੂ ਨਾਨਕ ਸਾਹਿਬ ਦੇ ਮੁਤਾਬਕ ਘਰ ਦਾ ਮਾਹੌਲ ਨਹੀਂ ਹੈ, ਨਿਤ ਕਲੇਸ਼ ਹੈ, ਨਿਤ ਦੀ ਲੜਾਈ ਹੁੰਦੀ ਹੈ। ਖਟ ਨਾ ਚਾਹਤ ਮੈਂ ਏਕੀ ਕਬ, ਆਪ ਕਮਾਏ ਪੈ ਆਪ ਹੀ ਖਾਈ। ਪਿਤਾ ਨੇ ਸਪਸ਼ਟ ਜਵਾਬ ਦੇ ਦਿੱਤਾ, ਮੈਂ ਇਹਦੀ ਕਮਾਈ ਤੋਂ ਕੀ ਲੈਣਾ,
ਸਾਨੂੰ ਨਹੀਂ ਚਾਹੀਦੀ। ਕੀ ਤਾਰੂਗੀ ਇਹਦੀ ਕਮਾਈ? ਇਹ ਆਪ ਹੀ ਰੋਟੀ ਖਾ ਲੇ ਕਮਾ ਕੇ। ਇੰਨਾ ਹੀ ਬੜਾ ਹੈ, ਜਿਹਨੂੰ ਸਵੇਰ ਤੋਂ ਸ਼ਾਮ ਤੱਕ ਵਿਹਲਾ ਰਹਿਣ ਦੀ ਆਦਤ ਪੈ ਜੇ ਵੀ ਉਹਦਾ ਤੇ ਆਪਣਾ ਗੁਜ਼ਾਰਾ ਨਹੀਂ ਚੱਲਦਾ। ਖੋ ਸਤਿਨਾਮ, ਕਿਸੇ ਨੂੰ ਕਿੱਥੋਂ ਖਵਾਉਂਦਾ। ਬੜੇ ਲੋਕ ਨੇ, ਖਾਸ ਕਰਕੇ ਇਹੋ ਜਿਹੇ ਲੋਕ ਤੁਹਾਨੂੰ ਇੱਕੋ ਹੀ ਭਾਗਾਂ ਵਾਲੀ ਧਰਤੀ ਤੇ ਮਿਲਣਗੇ। ਉਹ ਧਰਤੀ ਦਾ ਨਾਮ ਹੈ ਪੰਜਾਬ। ਦੁਨੀਆ ਦੇ ਕਿਸੇ ਕੋਨੇ ਚਲੇ ਜਾਓ, ਹਰ ਬੰਦਾ ਕੰਮ ਨਾਲ ਜੁੜਿਆ ਹੈ, ਕਿਰਤ ਨਾਲ ਜੁੜਿਆ ਹੈ। ਤੇ ਜੇ ਕਿਤੇ ਅਵਾਰਡ ਮਿਲਦੇ ਹੋਣ ਨਾ ਵਿਹਲਿਆਂ ਦੇ, ਸੱਚੀ ਗੱਲ ਹੈ ਸਾਡੇ ਪੰਜਾਬੀਆਂ ਨੂੰ ਮਿਲਣਾ। ਸਵੇਰ ਤੋਂ ਸ਼ਾਮ ਤੱਕ 5 ਵਾਰੀ ਪੁੱਛੋ ਕੀ ਕਰਦੇ ਹੋ? ਚਾਹ ਪੀਣੀ ਆ ਜੀ। ਹੁਣ ਕੀ ਕਰਨ ਲੱਗੇ ਹੋ? ਚਾਹ ਰੱਖੀ ਹੈ ਜੀ। ਹੁਣ ਜੇ ਕੋਈ ਰਿਸ਼ਤੇਦਾਰ ਆਇਆ 5 ਮਿੰਟ ਲਈ ਹੈ, ਅੱਧਾ ਘੰਟਾ ਚਾਹ ਤੇ ਲਾਤਾ। ਕਿ ਫੌਰਨ 'ਚ ਤੁਸੀਂ ਜਾਂਦੇ ਹੋ, ਵੇਖਦੇ ਹੋ ਕਿ ਇਹੋ ਜਿਹਾ ਸੀਨ ਹੈ। ਸਰੀਰ ਵੀ ਮਸ਼ੀਨਾਂ ਬਣੇ ਹੋਏ ਆ। ਉੱਥੇ ਪੁੱਛੋ ਕਿੱਥੇ ਹੋ? ਫੋਨ ਕਰ ਲਓ, ਕੰਮ ਤੋਂ ਆਏ ਆ ਜੀ। ਹੁਣ ਕਿੱਥੇ? ਕੰਮ ਤੇ ਚੱਲੇ ਆ। ਤੇ ਸਾਡੇ ਵਾਲੇ ਸੌਣ ਲੱਗਿਆ ਸੀ, ਕੱਪੜੇ ਸਿਲਾਉਣ ਚੱਲੇ ਆ, ਰੋਜ਼ ਹੀ ਸੂਟ ਨਹੀਂ ਮੁੱਕਦੇ। ਵਿਹਲਿਆਂ ਦੇ ਕੰਮ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪਿਤਾ ਨੇ ਸਪਸ਼ਟ ਆਖਿਆ ਇਹ ਵਿਹਲਾ ਰਹਿੰਦਾ ਹੈ, ਮੈਨੂੰ ਪਤਾ ਇਹਦਾ ਘਰ ਨਹੀਂ ਵਸਣਾ, ਇਹ ਕੁਝ ਨਹੀਂ ਕਰ ਸਕਦਾ। ਜੋ ਇਨਸਾਨ ਉੱਠ ਕੇ ਨਹਾ ਨਹੀਂ ਸਕਦਾ, ਕੁਝ ਖਾ ਨਹੀਂ ਸਕਦਾ, ਦੂਜਿਆਂ ਦੇ ਆਸਰੇ ਤੇ ਹੈ, ਪਿਤਾ ਕਹਿੰਦੀ ਉਹ ਮੇਰਾ ਕੀ ਸਵਾਰੂਗਾ? ਸਾਡਾ ਕਾਹਦਾ ਬੁਢਾਪਾ ਹੈ? ਮੈਂ ਤੇ ਇਹ ਮੰਨ ਲਿਆ ਜਿਹੋ ਜਿਹਾ ਘਰੇ ਪੁੱਤ ਜੰਮਿਆ, ਜਿਹੋ ਜਿਹਾ ਨਾ ਜੰਮਿਆ ਇੱਕ ਬਰਾਬਰ। ਇਹ ਬੋਲ ਕਦੋਂ ਨਿਕਲਦੇ ਮਾਪਿਆਂ ਨੂੰ? ਜਦੋਂ ਅੰਤਾਂ ਦੇ ਦੁਖੀ ਹੋਣ। ਜਦ ਆਪਾਂ ਕਿਤੇ ਮਾਂ-ਬਾਪ ਨੂੰ ਬਹੁਤਾ ਸਤਾਉਨੇ ਆ ਨਾ, ਇੱਥੋਂ ਤੱਕ ਕਹਿੰਦੇ ਆ ਜਾ ਗਲੋਂ ਲੈ ਜਾ ਮਰ ਜਾ ਫਰੀ, ਇੱਥੇ ਕੀ ਕਰਨਾ ਹੈ? ਸਾਡਾ ਨਹੀਂ ਹੋਣਾ। ਹੁਣ ਕਿਉਂ ਅੱਗੇ ਪਿੱਛੇ ਫਿਰ ਬੁਲਾਉਂਦੇ ਜੇ ਫਿਰੀ ਜਾਂਦੇ ਆ, ਪਤਾ ਹੈ ਪੈਸੇ ਨਹੀਂ ਮਿਲਦੇ ਇਹਨਾਂ ਨੂੰ, ਵਿਹਲਿਆਂ ਦਾ ਕੰਮ ਹੈ। ਗੁਰੂ ਸਾਹਿਬ ਦੇ ਪਿਤਾ ਨੇ ਗੱਲਾਂ ਸਪਸ਼ਟ ਖੋਲ ਦਿੱਤੀਆਂ ਵੀ ਮੈਂ ਹੁਣ ਇਹਦਾ ਖਰਚਾ ਨਹੀਂ ਕਰ ਸਕਦਾ। ਕੋਈ ਪਹਿਲੀ ਵਾਰ ਥੋੜੀ ਹੋ ਰਿਹਾ, ਤੀਜੀ ਚੌਥੀ ਵਾਰ ਇੱਕੋ ਗੱਲ ਤੇ ਰੌਲਾ ਹੈ। ਕਹਿੰਦੇ ਇਹ ਨਹੀਂ ਜੇ ਬਦਲ ਸਕਦੇ, ਬਦਲਣਾ ਮੈਂ ਵੀ ਨਹੀਂ। ਆਖੋ ਸਤਿਨਾਮ। ਜੇ ਮੇਰਾ ਪੁੱਤ ਨਹੀਂ ਬਦਲਦਾ ਤੇ ਮੈਂ ਕਿਉਂ ਬਦਲਾਂ? ਮੈਂ ਕਿੰਨਾ ਕੁ ਖਰਚਾ ਕਰਾਂਗੇ, ਕਿੰਨਾ ਕੁ ਨੁਕਸਾਨ ਕਰਾਵਾਂ? ਇਹ ਕਮਾ ਨਹੀਂ ਸਕਦਾ, ਕਿਸੇ ਕੰਮ ਦਾ ਨਹੀਂ। ਰਾਏ ਜੀ ਮੋਹੇ ਗੁਣ ਹੈ ਵਿਚਾਰ ਹੋ, ਕੋ ਲਗ ਹੋਏ ਨਿਵਾਹਿਕ ਜਾਹੀ। ਪਿਤਾ ਜੀ ਕਹਿੰਦੇ ਭਾਵੁਕ ਹੋ ਗਏ, ਰੋ ਪਏ। ਰਾਏ ਬਲਾਰ ਜੀ ਜੇ ਮੈਂ ਗਲਤ ਤਾਂ ਮੈਨੂੰ ਫਾਹੇ ਲਾ ਦਿਓ, ਮੇਰੇ 'ਚ ਕੋਈ ਔਗਣ ਹੈ, ਕੋਈ ਗੁਨਾਹ ਹੈ, ਕਿਤੇ ਗਲਤੀ ਦਿਸਦੀ ਹੈ, ਜੋ ਸਜ਼ਾ ਦਓਗੇ ਮੈਂ ਭੁਗਤਣ ਨੂੰ ਤਿਆਰ ਹਾਂ। ਕਿਉਂਕਿ ਪਿਤਾ ਦੇ ਬੋਲੇ ਬੋਲ ਸਾਖਸ਼ਾਤ ਨੇ। ਸਭ ਨੂੰ ਪਤਾ ਵੀ ਗੁਰੂ ਸਾਹਿਬ ਗੜਬਾ ਤੇ ਸੋਨੇ ਦੀ ਛਾਪ ਦੇ ਆਏ, ਪਰ ਮਰਦ ਵਾਸਤੇ ਕੋਈ ਵੱਡੀਆਂ ਚੀਜ਼ਾਂ ਨਹੀਂ। ਇਸ ਸੰਸਾਰ ਦੇ ਵਿੱਚ ਜਿਹੋ ਜਿਹਾ ਨਜ਼ਰੀਆ ਬਣਾ ਲੋਗੇ ਨਾ, ਤੁਹਾਨੂੰ ਦੁਨੀਆ ਉਹੋ ਜਿਹੇ ਐਂਗਲ ਨਾਲ ਦੇਖੇਗੀ। ਭਰਮ ਚਾਲੂ ਕਈ ਬੰਦੇ ਹੁੰਦੇ ਸਾਰੀ ਜ਼ਿੰਦਗੀ ਸ਼ੱਕ ਹੀ ਨਹੀਂ ਜਾਂਦਾ ਜ਼ਿੰਦਗੀ 'ਚ, ਵਿਆਹੇ ਵੀ ਜਾਂਦੇ ਆ, ਬੱਚਿਆਂ ਪੋਤਿਆਂ ਵਾਲੇ ਵੀ ਹੋ ਜਾਂਦੇ, ਪਰ ਸ਼ੱਕ ਦਿਮਾਗ 'ਚ ਘਰ ਕਰ ਪੈਂਦਾ। ਬੜੇ ਲੋਕ ਐਸੇ ਨੇ ਜੋ ਆਪਣੇ ਹੰਕਾਰ ਦੇ ਤਲ ਤੇ ਜਿਉਂਦੇ ਨੇ, ਵੱਡੇ ਵੱਡੇ ਰੁਤਬਿਆਂ ਤੋਂ ਵੀ ਰਿਟਾਇਰ ਹੋ ਗਏ, ਨਹੀਂ ਗਿਆ ਜੀਵਨ 'ਚ ਉਸੇ ਸ਼ੱਕ ਨਾਲ, ਉਸੇ ਨਜ਼ਰ ਨਾਲ, ਉਸੇ ਹੰਕਾਰ 'ਚ ਰਹਿੰਦੇ ਆ। ਤੇ ਬੜੇ ਲੋਕ ਐਸੇ ਵੀ ਨੇ ਜੀਵਨ ਵਿੱਚ ਨਿਮਰਤਾ ਹੈ, ਦਇਆ ਹੈ, ਪੁੰਨ ਦਾਨ ਹੈ, ਵੱਡੇ ਵੱਡੇ ਰੁਤਬਿਆਂ ਤੇ ਬਹਿ ਕੇ ਵੀ ਉਹ ਆਮ ਲੋਕਾਂ ਵਰਗੇ ਹੀ ਨੇ। ਜੀਵਨ ਬੜਾ ਚੰਗਾ। ਪਿਤਾ ਜੀ ਕਹਿੰਦੇ ਬਦਲਿਆ ਨਹੀਂ ਜਾ ਸਕਦਾ ਇਹਨੂੰ। ਰਾਏ ਬਲਾਰ ਜੀ ਤੁਸੀਂ ਕਹਿੰਦੇ ਸੀ ਨਾ ਮੈਂ ਕੱਪੜੇ ਦੇ ਦਿਆਂਗਾ, ਪੈਸੇ ਦੇ ਦਿਆਂਗਾ, ਅੱਗੇ ਤੇ ਮੈਂ ਕਹਿੰਦਾ ਸੀ ਵੀ ਮੇਰਾ ਪੋਤਾ, ਮੈਨੂੰ ਕੋਈ ਕਮੀ ਨਹੀਂ, ਸ਼ਰਮਿੰਦਾ ਨਾ ਕਰੋ। ਹੁਣ ਤੁਸੀਂ ਵੀ ਆਪਣਾ ਚਾਅ ਲਾ ਕੇ ਵੇਖ ਲਓ। ਆਖੋ ਸਤਿਨਾਮ। ਜਦੋਂ ਤੁਹਾਡੇ ਖਜ਼ਾਨੇ 'ਚੋਂ ਗਿਆ ਨਾ ਸਮਾਨ, ਰੋਜ਼ ਦਾਨ, ਰੋਜ਼ ਭੇਟਾਂ ਵੰਡੀਆਂ, ਤੁਸੀਂ ਖੁਦ ਕਹੋਗੇ ਨਾਨਕ ਜੀ ਮਾਫ ਕਰ ਦਿਓ। ਕਿਉਂਕਿ ਹੁਣ ਪਿਤਾ ਦਾ ਨਜ਼ਰੀਆ ਆਪਣੇ ਪ੍ਰਤੀ ਐਸਾ ਹੈ ਵੀ ਮੈਂ ਕਦੋਂ ਤੱਕ ਦੇ ਸਕਦਾ ਬੇਫਜ਼ੂਲ, ਤੇ ਦੂਜੇ ਨੂੰ ਵੀ ਸੋਚਦੇ ਆ। ਬਸ ਇੱਥੇ ਸਾਡੇ ਕਈ ਪ੍ਰਚਾਰਕਾਂ ਦੀ ਬਿਰਤੀ ਖੜੀ ਹੈ ਵੀ ਜੇ ਅਸੀਂ ਸਵੇਰੇ ਉੱਠ ਕੇ ਇਸ ਵਕਤੇ ਨਹਾ ਨਹੀਂ ਸਕਦੇ ਤੇ ਬਾਬਾ ਦੀਪ ਸਿੰਘ ਖੰਡਾ ਸਿਰ ਕਟਾ ਕੇ ਕਿਵੇਂ ਘੁਮਾਗੇ? ਸਾਹਿਬਜ਼ਾਦੇ ਨੀਹਾਂ 'ਚ ਕਿਵੇਂ ਖੜ ਗਏ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਏਦਾਂ ਕਿਵੇਂ ਕਰਤਾ? ਗੁਰੂ ਨਾਨਕ ਸਾਹਿਬ ਨੇ ਰੀਠੇ ਕਿੱਦਾਂ ਮਿੱਠੇ ਕਰਦੇ? ਹੈ ਨਾ ਅੱਜ ਕੱਲ੍ਹ ਚੱਲਦਾ। ਇੱਕ ਅੱਧਾ ਤੇ ਫਰਿੱਜ ਚਲਾਇਆ ਪਿਆ। ਇਹ ਕੀ ਹਾਲ ਹੈ? ਨਸ਼ਰਤ ਲੋਕਾਂ ਦੀ ਫਿਰਦੀ ਹੈ।
ਜਿਹੜਾ ਬੰਦਾ ਆਪਣੇ ਮਨ ਦੇ ਤਲ ਤੇ ਜਿਉਂਦਾ, ਬੇਸ਼ੱਕ ਉਹ ਧਾਰਮੀ ਬਣ ਜੇ, ਗੁਰਦੁਆਰੇ ਆ ਜੇ, ਮੰਦਰ ਮਸਜਿਦ ਆ ਜੇ, ਭਗਤੀ ਵੀ ਕਰੀ ਜਾਵੇ, ਜਦ ਤੱਕ ਉਹਨੇ ਆਪਣਾ ਆਪ ਚੇਂਜ ਨਹੀਂ ਕੀਤਾ ਨਾ, ਆਪਣੇ ਮਨ ਨੂੰ ਨਹੀਂ ਬਦਲਿਆ, ਕਿਸੇ ਦਾ ਕੁਛ ਨਹੀਂ ਜਾਣਾ, ਉਹਨੂੰ ਦੁਨੀਆ ਸਾਰੀ ਉਹੋ ਜੀ ਲੱਗਣੀ ਜਿਹੋ ਜਿਹਾ ਹੈ। ਸੁਭਾਵਿਕ ਗੱਲ ਹੈ। ਦਾਨੀ ਬੰਦੇ ਨੂੰ ਸਾਰੇ ਦਾਨੀ ਲੱਗਦੇ ਆ, ਮੰਗਤੇ ਨੂੰ ਸਾਰਾ ਜੱਗ ਮੰਗਤਿਆਂ ਦਾ। ਲੈ ਕਿਸੇ ਸ਼ਰਾਬੀ ਕੋਲ ਬਹਿ ਕੇ ਪੁੱਛੋ, ਕਹਿੰਦਾ ਲੈ ਉਹ ਪਰਸੈਂਟੇਜ ਦੱਸੇਗਾ ਤੁਹਾਨੂੰ ਵੀ 86% ਪੰਜਾਬ ਦੇ ਲੋਕ ਤੇ ਨਿੱਤ ਸ਼ਰਾਬ ਪੀਂਦੇ ਆ। ਸਾਡਾ ਤੇ ਠੇਕੇ ਦੇ ਸਿਰ ਤੇ ਚੱਲਦਾ ਸਾਰਾ ਪੰਜਾਬ, ਚੱਲਦਾ। ਤੇ ਫਿਰ ਖੂਬੀਆਂ ਸੁਣੋ ਉਹਨਾਂ ਕੋਲੋਂ ਜਾ ਕੇ, ਇੰਨੀਆਂ ਬੋਤਲਾਂ ਪਰ ਬੰਦੇ ਨੂੰ ਆ ਗਈਆਂ, ਇੰਨਾ ਆਇਕਾਕਾਰ ਹੋ ਗਿਆ, ਇੰਨਾ ਨੁਕਸਾਨ ਹੋ ਗਿਆ, ਇੰਨਾ ਲਾਭ ਹੋ ਗਿਆ, ਫਲਾਣਾ ਵੀ ਪੀ ਲੈਂਦਾ, ਉਹ ਵੀ ਖਾ ਲੈਂਦਾ, ਭਾਵੇਂ ਕੀ ਹੋਇਆ ਜੇ ਗੁਰਦੁਆਰੇ ਜਾਂਦਾ, ਉਹਦੀ ਵਿਰਤੀ ਉੱਥੇ ਖੜੀ ਹੈ। ਕਿਸੇ ਭਗਤੀ ਵਾਲੇ ਬੰਦੇ ਕੋਲ ਖੜ ਜਾਓ, ਉਹ ਮਾੜੇ ਬੰਦੇ ਬਾਰੇ ਵੀ ਸੋਚੀ ਜਾਂਦਾ, ਕਹਿੰਦਾ ਗੁਰਦੁਆਰੇ ਜਾਂਦਾ, ਕੀ ਪਤਾ ਇਹਦੀ ਕਿੰਨੀ ਭਗਤੀ ਹੋਵੇ। ਅੰਦਰ ਦਾ ਨਜ਼ਰੀਆ ਉਹ ਜਾ। ਹੁਣ ਪਿਤਾ ਜੀ ਦੇ ਅੰਦਰ ਸਿਰਫ ਮਾਇਆ ਹੈ, ਉਹ ਮਾਇਆ ਕਮਾਉਂਦੇ ਨੇ, ਪੈਸਾ ਇਕੱਠਾ ਕਰਦੇ ਨੇ, ਤੇ ਪੁੱਤ ਤੋਂ ਆਸ ਰੱਖਦੇ ਸੀ ਪੈਸੇ ਇਕੱਠੇ ਕਰੂਗਾ। ਇਸੇ ਕਰਕੇ ਰਾਏ ਬੁਲਾਰ ਜੀ ਨੂੰ ਆਖਦੇ ਨੇ, ਕਹਿੰਦੇ ਮੈਂ ਤੇ ਚਾਹ ਲਾ ਕੇ ਵੇਖ ਲਿਆ, ਤੁਸੀਂ ਵੀ ਵੇਖ ਲਓ, ਸਮਝ ਆ ਜਾਣੀ ਤੁਹਾਨੂੰ। ਮੇਰਾ ਕੋਈ ਗੁਨਾਹ ਲੱਗਦਾ ਹੈ, ਮੇਰੀ ਕੋਈ ਗਲਤੀ ਲੱਗਦੀ ਹੈ, ਮੈਂ ਸਜ਼ਾ ਦਾ ਹੱਕਦਾਰ ਹਾਂ। ਹੋ ਮਰ ਹੋ ਤਬ ਕਿਉਂ ਨਿਭੈ, ਅਬ ਬੈਸ ਜੁਬਾ ਨਹਿ ਕਾਰ ਕਮਾਹੀ। ਸਾਡਾ ਫਰਜ਼ ਸੀ ਬਚਪਨ ਵਿੱਚ ਪਾਲਣਾ, ਸਭ ਕੁਝ ਦੇਣਾ, ਜਦੋਂ ਬੱਚਾ ਕੁਝ ਨਹੀਂ ਕਰ ਸਕਦਾ। ਰਾਏ ਬੁਲਾਰ ਜੀ ਹੁਣ ਤੇ ਸਮਰੱਥ ਨੇ, ਕਿਸ਼ੋਰ ਹੋ ਰਹੇ ਨੇ, ਜਵਾਨ ਹੋ ਰਹੇ ਨੇ, ਇਹਨਾਂ ਦੇ ਸੰਗੀ ਸਾਥੀ ਕੰਮਾਂ ਤੇ ਜਾਂਦੇ ਨੇ, ਹੁਣ ਮਾਪੇ ਨਹੀਂ ਬਿਠਾ ਕੇ ਪਾਲ ਸਕਦੇ। ਸੱਚੀ ਜੇ ਧੀ ਪੁੱਤ ਜਵਾਨ ਹੋ ਕੇ ਘਰੇ ਵਿਹਲਾ ਬੈਠਾ ਹੋਵੇ ਨਾ, ਤੇ ਮਾਪਿਆਂ ਨੂੰ ਭਾਰ ਜਾ ਲੱਗਦਾ ਹੈ ਵੀ ਪੁੱਤ ਇੰਨਾ ਪੜਾਇਆ ਕਾਹਦੇ ਵਾਸਤੇ, ਮੰਜੇ ਦੋਣ ਵਾਸਤੇ, ਇੰਨਾ ਕੁਝ ਤੇਰੇ ਲਈ ਕੀਤਾ, ਦਿਨ ਰਾਤ ਤੈਨੂੰ ਟਿਊਸ਼ਨਾਂ ਤੇ ਛੱਡਦੇ ਰਹੇ, ਦਿਨ ਰਾਤ ਤੈਨੂੰ ਸਕੂਲੋਂ ਲੈ ਕੇ ਆਉਂਦੇ ਜਾਂਦੇ ਰਹੇ। ਜੇ ਇਸੇ ਉਮਰ ਵਿੱਚ ਲੰਮੀਆਂ ਤਾਣ ਕੇ ਸੌਣਾ ਸੀ, ਤੇ ਫਿਰ ਸਾਡੀ ਜਵਾਨੀ ਕਾਹਦੋਂ ਰੋਲ ਗਈ। ਮਾਪੇ ਤਾਂ ਨੂੰ ਕਰਦੇ ਆ, ਤੇਰੇ ਪਿੱਛੇ ਅਸੀਂ ਸਭ ਕੁਝ ਛੱਡਿਆ, ਠੋਕਰਾਂ ਚੱਲੀਆਂ, ਬਾਰਿਸ਼ਾਂ ਚੱਲੀਆਂ, ਧੁੱਪਾਂ ਛਾਹਾਂ ਚੱਲੀਆਂ, ਬੜੀਆਂ ਰਿਸ਼ਤੇਦਾਰੀਆਂ ਛੱਡੀਆਂ, ਵੀ ਧੀ ਪੁੱਤ ਪੜ੍ਹਦੇ ਐ, ਇਸ ਵੇਲੇ ਸਕੂਲ ਆਉਂਦੇ ਜਾਂਦੇ। ਪਿਤਾ ਜੀ ਰੋ ਗਏ, ਕਹਿੰਦੇ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਇਹਨੂੰ ਕੀ ਕਸਰ ਛੱਡੀ। ਮੈਂ ਕਦੇ ਨਹੀਂ ਕਿਹਾ ਮੇਰਾ ਪੁੱਤ ਕੁਝ ਖਾਂਦਾ ਜਾਦੇ ਹੈ, ਪਹਿਨਦਾ ਜਾਦੇ ਹੈ, ਇਹਦੇ ਕੋਲ ਤੇ ਕੰਮ ਹੀ ਇੱਕੋ ਹੈ, ਜੋ ਘਰ ਦੀ ਕੀਮਤੀ ਚੀਜ਼ ਹੈ ਚੱਕ ਸਾਧਾ ਕੋਲੇ, ਚੱਕ ਵੇਲੜਾ ਕੋਲੇ, ਮੈਥੋਂ ਨਹੀਂ ਚੱਲਿਆ ਜਾਣਾ। ਹੁਣ ਇਸ ਉਮਰ ਦੇ ਵਿੱਚ ਮੈਥੋਂ ਇਹਨੂੰ ਖਵਾਇਆ ਨਹੀਂ ਜਾਣਾ, ਆਪਣਾ ਕਮਾਵੇ ਆਪਣਾ ਖਾਵੇ, ਸਾਨੂੰ ਕੋਈ ਮਤਲਬ ਨਹੀਂ। ਰਾਏ ਬੁਲਾਰ ਵਿਚਾਰ ਕਹੀ, ਨਿਤਰਾਰ ਹੋਵੇ ਤੁਮਰੇ ਘਰ ਮਾਹੀ। ਕਹਿੰਦੇ ਰਾਏ ਬੁਲਾਰ ਕਾਫੀ ਦੇਰ ਤੱਕ ਚੁੱਪ ਰਹੇ, ਸੁਣ ਕੇ ਪਿਤਾ ਜੀ ਰੋ ਰਹੇ ਨੇ, ਅੱਖਾਂ ਚੋਂ ਅਥਰੂ ਵਹਾ ਰਹੇ ਨੇ। ਉਹਨਾਂ ਮਨ ਵਿੱਚ ਸੋਚਿਆ ਵੀ ਹੁਣ ਤੇ 2 ਪੁਆਇੰਟ ਨੇ, ਇੱਕ ਪੋਜ਼ਿਟਿਵ ਹੈ, ਇੱਕ ਨੈਗੇਟਿਵ ਹੈ, ਜੋੜਾਂਗੇ ਪਟਾਕੇ ਤੇ ਪੈਣਗੇ ਨਾ, ਦੋਨੋਂ ਤਾਰਾਂ ਕਰੰਟ ਦੀਆਂ ਹੋਣ, ਦੋਨਾਂ ਨੂੰ ਜੋੜੋਗੇ ਕੀ ਹੋਊਗਾ। ਸੋਚਦੇ ਆ ਕਦ ਤੱਕ ਮੈਂ ਇਹਨਾਂ ਦੇ ਸਮਝੌਤੇ ਕਰੂੰ। ਰਾਏ ਬੁਲਾਰ ਦੇ ਮਨ ਦੀ ਗੱਲ ਇਸੇ ਕਰਕੇ ਚੁੱਪ ਨੇ ਵੀ ਗੁਰੂ ਸਾਹਿਬ ਦੇ ਪਿਤਾ ਇਹ ਵੀ ਆਪਣਾ ਆਪ ਨਹੀਂ ਬਦਲ ਸਕਦੇ। ਇਹਨਾਂ ਕੋਲ ਇੱਕੋ ਹੀ ਵਿਰਤੀ ਹੈ, ਜੇ ਮੈਂ ਪਟਵਾਰੀ ਹਾਂ, ਮੈਂ ਪੈਸੇ ਕਮਾਉਣਾ, ਮੈਂ ਕੰਮ ਕਰਦਾ, ਕਿਰਤ ਕਰਦਾ, ਮਿਹਨਤ ਕਰਦਾ, ਮੇਰਾ ਮੁੰਡਾ ਵੀ ਕਰੇ। ਪਰ ਕਿਤੇ ਨਾ ਕਿਤੇ ਪਟਵਾਰੀ ਸਾਹਿਬ ਆਪਣੇ ਪੁੱਤ ਨੂੰ ਨਹੀਂ ਸਮਝ ਰਹੇ। ਇਹ ਨਿੱਤ ਦਾ ਕਲੇਸ਼ ਹੈ, ਨਿੱਤ ਦੀ ਲੜਾਈ, ਨਿੱਤ ਦਾ ਕਲੇਸ਼। ਘਰ ਦੇ ਪਰਦੇ ਚੁੱਕ ਦਿੰਦਾ ਹੋ ਸਕਦਾ ਕੋਈ ਰੋਜ਼ ਆਪਣੇ ਘਰੇ ਲੜਦਾ ਹੋਵੇ ਜੀ, ਗਵਾਂਢੀਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਲੜਾਈ ਕਾਹਦੀ ਹੈ, ਰੌਲਾ ਕਾਹਦਾ ਹੈ। ਕਿਉਂ? ਕਿਉਂਕਿ ਆਪਣਾ ਢਿੱਡ ਆਪ ਨੰਗਾ ਕੀਤਾ। ਕਿਉਂ ਕੀਤਾ? ਜਦ ਵੀ ਕਿਤੇ ਲੜਾਈ ਹੁੰਦੀ ਹੈ, ਜਿਹਦੀ ਮਰਜ਼ੀ ਹੈ ਜੀ, ਲੜਾਈ ਦੇ 2 ਹੀ ਵਿਜ਼ਨ ਹੁੰਦੇ ਆ, ਇੱਕ ਕਹਿੰਦਾ ਮੈਂ ਸਹੀ ਹਾਂ, ਦੂਜਾ ਕਹਿੰਦਾ ਮੈਂ ਸਹੀ। ਜਦ ਦੋਨੇ ਸਹੀ ਨੇ ਫਿਰ ਤੇ ਪੜਾਕੇ ਪੈਣੇ ਹੀ ਪੈਣੇ ਆ। ਸਤਿਨਾਮ। ਦੋਨਾਂ ਚੋਂ ਇੱਕ ਆਖੇ ਮੈਨੂੰ ਮਾਫ ਕਰ, ਗਲਤੀ ਹੋ ਗਈ, ਕਿਤੇ ਨਾ ਕਿਤੇ ਕੰਮ ਖਤਮ ਹੋ ਜਾਂਦਾ ਹੈ। ਪਰ ਕਈ ਇਹੋ ਜਿਹੇ ਵੀ ਹੁੰਦੇ ਆ, ਮਾਫੀ ਵੀ ਮੰਗ ਲਓ, ਜਿੰਨਾ ਜਿੰਨਾ ਮਾਫੀ ਫੀਲ ਕਰੋਗੇ, ਸੌਰੀ ਕਰੀ ਜਾਓਗੇ, ਸਿਰੀ ਚੜੀ ਜਾਓਗੇ। ਪਰ ਗੁਰੂ ਸਾਹਿਬ ਨੇ ਕਦੇ ਮਾਫੀ ਨਹੀਂ ਸੀ ਮੰਗੀ, ਸਿਰਫ ਇੱਕ ਵਾਰ ਕਿਹਾ ਸੀ ਪਿਤਾ ਜੀ ਗਲਤੀ ਹੋ ਗਈ। ਕਦੋਂ? ਸ਼ਾਇਦ ਯਾਦ ਹੋ ਗਿਆ ਜੀ,
खेती करन तो पहला पिता जी जो काम कहोगे मैं करांगा, तुहाडे मुताबिक माफी मंगदा। बेशक गुरु साहब सही ने, कदे कदे दुनिया नूं खुश करन वास्ते रब दे प्यारे उन्हां दी बोली बोल दिंदे ने। आपां नूं पता आपां इस गल विच सही आ, सामने वाला सानूं गलत साबित करन ते जोर लाउंदा है। जे दो शब्द बोल दोगे सॉरी माफ कर दिओ गलती हो गई, ओदी हौमे नूं पट्ठे पै गए ते साडा की गया। इसे करके गुरु साहब ने आख्या सी पिता जी माफ करियो, मैं तुहाडे मुताबिक चल नहीं सकिया, कोशिश करांगा। शोर ते उत्थे भी नहीं कीता ते फिर कोशिश कीती 20 रुपए वाली भी बापू ने क्या करा सौदा कर मत कर आए, उत्थे भी पिता नूं रिएक्शन सी। अज पिता स्पष्ट आखदे ने राय बलार जी मैथों नहीं झल्लिया जांदा रोज रोज दा कलेश। करदा कौन है? गुरु साहब करदे आ नहीं। कदे नोट करियो साडे अपने घरां विच इदां दे हुंदे आ, सब तो वध लड़ाई करन वाला, सब तो वध कलेश करन वाला, सब तो वध हंकार करन वाला दूजिਆਂ ਨੂੰ ਬਲੇਮ ਕਰਕੇ ਕਹਿੰਦਾ ਹੈ ਤੁਹਾਡੇ ਕਰਕੇ ਮੇਰੀ ਆਹ ਹਾਲਤ ਹੋ ਗਈ, ਮੇਰਾ ਖਹਿੜਾ ਛੱਡ ਦਿਓ। ਆਖੋ ਸਤਿਨਾਮ। ਉਹ ਭਰਾਵਾ ਸ਼ੀਸ਼ੇ 'ਚ ਬਹਿ ਕੇ ਵੇਖ, ਇਹ ਤੇ ਕੰਮ ਹੀ ਸਾਰਾ ਦਿਨ ਹੈ। ਜੇ ਤੂੰ ਟਿਕ ਜੇ ਤੇ ਰੌਲਾ ਕਾਹਦਾ ਹੈ? ਹੁਣ ਗੁਰੂ ਸਾਹਿਬ ਦੇ ਪਿਤਾ ਨਿੱਤ ਆਪਣੇ ਪੁੱਤ ਨੂੰ ਝਿੜਕਦੇ ਆ, ਸਾਰੇ ਜ਼ਮਾਨੇ ਨੂੰ ਪਤਾ ਹੈ ਕਹਿ ਕੀ ਰਹੇ ਆ, ਬਸ ਕੋਸ਼ਿਸ਼ ਇਹੀ ਹੈ ਮੈਂ ਕਮਾਉਣਾ ਤੇ ਮੈਂ ਸਹੀ, ਮੈਂ ਸੱਚਾ ਆ, ਮੇਰਾ ਪੁੱਤ ਕੰਮ ਨਹੀਂ ਕਰਦਾ, ਇਹ ਵਿਹਲਾ ਰਹਿੰਦਾ ਹੈ, ਇਸ ਕਰਕੇ ਇਹ ਗੱਲ ਮਾੜੀ ਹੈ। ਗੁਰੂ ਸਾਹਿਬ ਦੇ ਪਿਤਾ ਨੇ ਜਦੋਂ ਇਹ ਸ਼ਬਦ ਕਹਿਤੇ ਤੇ ਰਾਏ ਬੁਲਾਰ ਜੀ ਨੇ ਸੋਚਿਆ ਵੀ ਫੈਸਲਾ ਅੱਜ ਕਰ ਦਈਏ। ਕਦੋਂ ਤੱਕ ਇਹ ਸਭ ਕੁਝ ਹੁੰਦਾ ਰਹੇਗਾ? ਕਦੋਂ ਤੱਕ ਪੇਸ਼ੀਆਂ ਪੈਂਦੀਆਂ ਰਹਿਣਗੀਆਂ? ਇਸੇ ਕਰਕੇ ਰਾਏ ਜੀ ਨੇ ਮਨ ਦੇ ਵਿੱਚ ਸੋਚਿਆ ਵੀ ਅੱਜ ਇਨਸਾਫ ਕਰ ਹੀ ਦਈਏ। ਨਾਨਕ ਕੈ ਅਬ ਧਾਮ ਜੈ ਰਾਮ, ਕਹਿਓ ਮਮ ਮਾਨ ਉਠਾਓ ਤਹਾਈ। ਤੇ ਫਿਰ ਰਾਏ ਬਲਾਰ ਜੀ ਨੇ ਉਸ ਵੇਲੇ ਆਖਿਆ ਵਾਹ ਚੱਲ। ਰਾਏ ਬਲਾਰ ਜੀ ਨੇ ਉਸ ਵੇਲੇ ਆਖਿਆ ਕਲਿਆਣ ਚੰਦ ਜੀ ਇੱਕ ਹੱਲ ਹੈ, ਤੁਸੀਂ ਖੁਸ਼ ਹੋ ਸਕਦੇ ਹੋ, ਸਹੀ ਹੋ ਸਕਦੇ। ਪਿਤਾ ਨੇ ਹੱਥ ਜੋੜੇ, ਕਹਿੰਦੇ ਕੀ? ਕਹਿੰਦੇ ਫਿਰ ਇਦਾਂ ਕਰੋ ਤੁਸੀਂ ਪੁੱਤ ਨੂੰ ਘਰੇ ਨਹੀਂ ਰੱਖਣਾ, ਜੇ ਘਰ ਰਹੂ ਇਹਨੇ ਕੰਮ ਨਹੀਂ ਕਰਨਾ। ਅਗਲਾ ਕਹਿੰਦਾ ਹੈ ਵੀ ਮੇਰੇ ਮਾਂ-ਬਾਪ ਬੈਠੇ ਤੇ ਮੈਨੂੰ ਕੀ ਲੋੜ ਹੈ? ਅੱਜ ਕੱਲ੍ਹ ਬੱਚੇ ਇਦਾਂ ਹੀ ਕਰਦੇ ਆ। ਉਹ ਕਹਿੰਦੇ ਜਦੋਂ ਮੇਰੇ ਮਾਪਿਆਂ ਕੋਲ ਇੰਨਾ ਕੁਝ ਹੈ ਤੇ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ? ਤੇ ਇਹੋ ਜਿਹੇ ਕੰਮ ਦੀ ਜੇ ਮਾਪਿਆਂ ਦੀ ਕਮਾਈ ਬੱਚੇ ਨਾ ਖਾ ਸਕਣ, ਆਪਣੀ ਆਪਣੀ ਸੋਚ ਹੈ। ਰਾਏ ਬੁਲਾਰ ਜੀ ਆਖਣ ਲੱਗੇ ਤੁਹਾਡਾ ਇਸ ਚਿੰਤਾ ਦਾ ਹੱਲ ਹੋ ਸਕਦਾ। ਤੁਸੀਂ ਨਾਨਕ ਜੀ ਨੂੰ ਕਹਿ ਦੇ ਦਿੱਤਾ ਮੈਂ ਘਰ ਨਹੀਂ ਰੱਖਣਾ, ਜੇ ਸੱਚਮੁੱਚ ਹੀ ਘਰੋਂ ਭੇਜ ਲਓ, ਇਹਨਾਂ ਨੂੰ ਆਪਾਂ ਦੂਰ ਕਰ ਦਈਏ ਕਿਤੇ, ਜਿੱਥੇ ਰਹਿਣਗੇ ਤੁਹਾਡੇ ਤੋਂ ਦੂਰ ਰਹਿਣਗੇ, ਤੁਹਾਨੂੰ ਕੁਝ ਪਤਾ ਨਹੀਂ ਲੱਗਣਾ, ਸ਼ਾਂਤ ਰਹੋਗੇ। ਕਮਾਵੇ ਨਾ ਕਮਾਵੇ ਇਹਨਾਂ ਦੀ ਸਿਰਦਰਦੀ ਹੈ। ਜਿਸ ਸੋ ਦੁਰਵਾਕ ਕਹੈ ਨਿਤਹੀ, ਦੁਖ ਨਾਨਕ ਰੰਜ ਸਦਾ ਘਰ ਮਾਹੀ। ਤੁਹਾਨੂੰ ਲੱਗਦਾ ਮੇਰਾ ਪੁੱਤ ਵਿਹਲਾ ਰਹਿੰਦਾ ਹੈ, ਤੁਹਾਡੇ ਲਈ ਅੱਜ ਪੁੱਤ ਹੀ ਦੁੱਖ ਬਣਿਆ ਹੋਇਆ ਹੈ, ਰੰਜ ਨਾਮ ਦੁੱਖ ਦਾ ਹੈ, ਤੇ ਤੁਸੀਂ ਇਹਨੂੰ ਘਰੋਂ ਹੀ ਭੇਜ ਦਿਓ। ਆਪਾਂ ਕਿਤੇ ਦੂਰ ਛੱਡ ਆਉਂਦੇ ਆ ਤੇ ਜਦੋਂ ਬਾਂਸ ਨਹੀਂ ਰਹਿਣਾ ਤੇ ਬੰਸਰੀ ਕਿੱਥੋਂ ਵੱਜੂ? ਜਦ ਪੁੱਤ ਅੱਖਾਂ ਸਾਹਮਣੇ ਰੜਕੂਗਾ ਹੀ ਨਹੀਂ ਤੇ ਫਿਰ ਲੜਾਈ ਕਾਹਦੀ? ਤੁਸੀਂ ਸ਼ਾਂਤ ਰਹੋਗੇ, ਤੁਹਾਨੂੰ ਗੁੱਸਾ ਨਹੀਂ ਆਊਗਾ ਕਦੇ। ਸੱਚੀ ਗੱਲ ਹੈ, ਧੀ ਪੁੱਤ ਵੀ ਸੁੱਖ ਨਹੀਂ ਨੇ। ਇਹ ਮਤ ਕੋਈ ਭੁਲੇਖਾ ਰੱਖੇ ਵੀ ਘਰੇ ਪੁੱਤ ਹੋ ਗਿਆ ਤੇ ਦੁਨੀਆ ਦੇ ਸਾਰੇ ਸੁੱਖ ਮਿਲ ਗਏ। ਉਹਨਾਂ ਨੂੰ ਵੀ ਜਾ ਕੇ ਵੇਖਿਓ ਜਿਨ੍ਹਾਂ ਦੇ 2-2 3-3 ਧੀ ਪੁੱਤ ਨੇ ਤੇ ਮਾਪੇ ਰੁਲਦੇ ਫਿਰਦੇ ਸੜਕਾਂ ਤੇ। ਕਦੇ ਉਹਨਾਂ ਨੂੰ ਜਾ ਕੇ ਪੁੱਛਿਓ ਜਿਨ੍ਹਾਂ ਨੇ ਪੁੱਤਾਂ ਦੇ ਜੰਮਣ ਤੇ ਲੱਖਾਂ ਰੁਪਇਆ ਖਰਚਿਆ ਸੀ ਤੇ ਅੱਜ ਉਹ ਧੀ ਪੁੱਤ ਮਾਪਿਆਂ ਨੂੰ ਕੁੱਟ ਕੇ ਘਰੋਂ ਕੱਢ ਦਿੰਦੇ ਆ ਤੇ ਬਿਰਧ ਆਸ਼ਰਮਾਂ 'ਚ ਟਾਈਮ ਕੱਟਦੇ ਆ। ਉਹ ਕਹਿੰਦੇ ਜੇ ਇਹੋ ਜਿਹੇ ਨਾਈ ਜੰਮਦੇ ਤੇ ਅੱਜ ਇੱਥੇ ਨਾ ਹੁੰਦੇ ਆ। ਸਤਿਨਾਮ। ਕੀ ਧੀ ਪੁੱਤ ਸੁੱਖ ਨੇ? ਪਤੀ ਪਤਨੀ ਭੈਣ ਭਰਾ ਸੁੱਖ ਨੇ? ਨਹੀਂ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਬਾਣੀ ਨੇ ਸਪਸ਼ਟ ਆਖਿਆ, ਕਹਿੰਦੇ ਜਿਹੜਾ ਰੱਬ ਨੂੰ ਯਾਦ ਕਰਨ ਉਹਦੇ ਪਿਆਰ ਦੀ ਸੇਵਾ ਵਿੱਚ ਸੁੱਖ ਆ ਨਾ, ਉਹ ਰਾਜ ਭਾਗ ਰਿਸ਼ਤੇਦਾਰੀਆਂ ਕਿਸੇ ਵਿੱਚ ਨਹੀਂ। ਹਰ ਰਿਸ਼ਤੇਦਾਰੀ ਹਰ ਰਿਸ਼ਤਾ ਦੁੱਖਦਾਈ ਹੈ, ਕਿਉਂਕਿ ਰਿਸ਼ਤੇ ਮੋਹ ਦੀ ਦੀਵਾਰ ਤੇ ਚੱਲਦੇ ਆ। ਹੁਣ ਮੋਹ ਦੀ ਦੀਵਾਰ ਕਿਹਦੇ ਤੇ ਖੜੀ ਹੈ? ਲਾਲਚ ਤੇ, ਪੈਸੇ ਤੇ, ਮਾਇਆ ਤੇ।
जे घर में पैसा नहीं तो कलेश ही कलेश है। गरीबां के घर दी लड़ाइयां जारी हो गई, ऐसा ही है। किसी की घर वाली छड्ड के भज जाती है, किसी का तलाक का रौला काहदा, पैसे का रौला है। ते अमीरां दे घरे चल जाओ, बड़े बड़े लोग एमाजोन के मालिक, जिन्नी प्रॉपर्टी सी तो दुगनी पत्नी लगी, तलाक लगे, रौला काहदा है। भावे गरीब दे घर चल जाओ भावे अमीर दे, बस कलेश लड़ाई झगड़ा हर वेले माया का ही है, हर वेले माया। जिहड़ा नौकरी ते लगे है वह भी तड़फदा फिरदा, डीए नहीं लग्या, पीए नहीं लग्या, फलाना नहीं होया, उहनूं भी तमा नहीं लगी हर वेले। जिन्होंने पेंशन लगी है चिंता उन्होंने भी पई हुई है, सारी जिंदगी सरकार नूं लुट के खा के छुट्टियां मार मार के काम भी नहीं किया, अजे भी लांभे देई जांदे, अद्धी क पेंशन मिली है, इन्नी नहीं लगी, इन्नी होनी चाहिए है, की तमा नहीं होर की है। ते एक वो ही है मंगण वाला, रोड ते बैठा मंगदा, कहंदा कल 100 बन गया सी, अज 70 भी नहीं बने, तमा चो भी बैठा। जिन्हां ते गुरु नानक साहब की कृपा ना उन्हां नूं फर्क नहीं है, परवाह ही नहीं कोई। पिता जी संसारी वृत्ति रखते हैं, गुरु साहब ने आप माया पाई हुई है, आप प्रेरिया होया है। जो राय बुलार साहब ने आख्या कहते आप फैसला करते, कहते जी बिल्कुल सही है। पिता नूं अजे भी लगता किते ना किते भी जो पुत घर छड्ड के जाऊगा इनूं कमाउण दी अकल आ जाऊगी। ये सच्ची गल है। मापियां दी गोदी बह के कदे कोई डीसी नहीं लगेगा। जदों तक बच्चे घर नहीं छड्डदे ना, घरों निकलते नहीं, कोई उदों तक जिंदगी च ठोकरां नहीं वजदियां, कमाया नहीं जाता, समझाया नहीं जाता, सिखिया नहीं जाता। आ जड्डियां वड्डियां वड्डियां कंपनियां ते फर्मां दे मालक ने कदी उन्हां दा नेरा पढ़ के जिंदगी दा वेखियो, चानण दसदा भी फलाना KFC दा मालक है, एमाजोन कंपनी दा मालक है, फलाना रतन टाटा बन गया, वेखदे आ कदी उन्हां दी जिंदगी दा संघर्ष पढ़ियो। किड्डे किड्डे लिंकन वर्गे होए राष्ट्रपति बने, लिंकन थल्ले पढ़दे रहे, जिंदगी च नेरा किन्ना सी, क्यों घर छड्डिया उन्होंने। जब तक घर बार छड्ड के बच्चे नहीं निकलते उदों तक दुनिया का पता ही नहीं कित्थे है, नहीं पता। ते जिद्दण घरों निकलना शुरू कर देंगे ना, मापे मोह की तंद छड्ड देंगे आ, फिर उन्होंने समझ आती है भी इन्नियां ने फलाने ने आ बना लिया, उन्हें आ बना लिया, मैं कित्थे बैठा, मैं क्यों नहीं करता। पिता उस हिसाब नाल सोचते। मैं इसलिए दस्सिया है भी बापू जी की सोच है जी इस पासे काम करती है भी जे पुत घरों निकलिया साधा को जाणों हट, जब रोटी खाने का फिक्र हो, कपड़े पहनने का फिक्र होगा, मापिया तो दूर होगा। क्योंकि हुण जब भी कोई गल होंदी ते मां कह दिंदी है मेरे पुत नूं कुछ नहीं कहना। आदत तो वध लांभे मावां ने सुणन नूं मिलदे आ ना। बच्चा बिगड़ गया प्यो दी कह दिंदा बस तेरी कृपा, तू बिगाड़िया। ते जे किते नंबर पास ते कहंदा फिर बच्चे मेरे सी, मैं समझाया सी। हुण हार ने, हुण पिता जी ने फैसला मानी मन कर लिया भी मैं अपने पुत नूं अपने घर नहीं रखना। खो सतनाम, छोटा फैसला नहीं है, खेड़ नहीं है कोई। प्यो आखे पुत नूं घर नहीं रखना, ये कोई सुन के हैरानी नहीं है। कलयुग दा वेला है, घर घर दी आही कहानी है। अजकल कोई किसी नूं नहीं चलदा, कोई किसी नूं बर्दाश्त नहीं करता। अगला कहता जो करना कर, मेरा सिर ना खा, जो तैथों हुंदा कर। जो राय बुलार साहब ने बचन कह दिता, कहते वेख लो अजे भी सोच लो, कल फिर आके मैनू ना कहो भी तुसी मेरा पुत मेरे घरों कढ़ता जी, मैं उन्होंने इदा करना सी, आ करा देना सी। पिता कहते मैं सोच के आया ये अपना कमावे अपना खावे सानू फर्क नहीं, अपना कमा के भी गवावे सानू कोई दुख नहीं। दुख इस गल दा है जद मेरे घर विच रह के बेला रहिंदा है, साधा फकीरां नूं दान पुण्य करदा है ते मेरी कमाई नूं उजाड़दा है, मैथों बर्दाश्त नहीं होना। नह मेल बने तुमरो उनको, जिम पूर्व पश्चिम दवे नर जाही। राय बुलार जी ने बड़े निघे ते ठंडे सुभाਅ नाल आखिया, कहंदे वेखो तुहाडा प्यो ते पुੱਤ दा, मैं प्यो पुੱਤ शब्द वरतदा नहीं इत्थे, सतगुरां दे पिता बारे भी वरतना पैंदा क्योंकि इतिहास सुना रहे हैं, उस वेले दा वक्त दस रहे हैं, एक्चुअल च सचमुच की होया। ते जदों आपां गुरु साहब नूं रब दी भावना नाल वेखदे आ ना, फिर ये चीज़ां नहीं बोलियां जा सकदियां। फिर पिता जी नूं भी सत्कार नाल बोलना पैंदा, माता जी का जिक्र भी बड़े अदब सत्कार नाल। फिर गुरु साहब नूं नानक जी नहीं किया जाना, फिर सतगुरु श्री गुरु नानक देव जी महाराज कहना पैंदा। पर जीवन का इतिहास चलता है, जो इतिहास सुनाने आ ना, जो हकीकत होवे वो सुनानी चाहिए है। जे आपां यही पॉलिशां मारते रहांगे ना फिर वो गल नहीं बननी, फिर तो रब
ਪਰਿਵਾਰ 'ਚ ਨਹੀਂ ਹੁੰਦਾ। ਤੇ ਰੱਬ ਕਦੇ ਪਰਿਵਾਰ ਵਿੱਚ ਵਰਤਦਾ ਨਹੀਂ ਹੈ। ਤੇ ਗੁਰੂ ਸਾਹਿਬ ਨੇ ਚੋਜ ਵਰਤਾ ਕੇ ਵਿਖਾਏ ਆ, ਤੇ ਫਿਰ ਉਹ ਚੋਜ ਲਿਖੇ ਵੀ ਹੋਏ ਆ। ਗੁਰੂ ਅੱਜ ਵੀ ਪਰਮੇਸ਼ਰ, ਅੱਜ ਵੀ ਪਰਮਾਤਮਾ ਨੇ। ਪਿਤਾ ਨੇ ਸਪਸ਼ਟ ਕਹਿ ਦਿੱਤਾ, ਕਹਿੰਦੇ ਠੀਕ ਹੈ। ਰਾਏ ਬੁਲਾਰ ਜੀ ਆਖਣ ਲੱਗੇ ਤੁਸੀਂ ਪੂਰਬੋਂ, ਇਹ ਪੱਛਮ ਜੀ, ਦੋ ਦਿਸ਼ਾਵਾਂ ਅਲੱਗ-ਅਲੱਗ ਨਹੀਂ, ਇਕੱਠੀਆਂ ਹੁੰਦੀਆਂ ਨੇ। ਤੇ ਜਿੱਦਣ ਹੋ ਗਈਆਂ ਉਦਣ ਕੀ ਹੋਊ? ਵਿਨਾਸ਼ ਆਖੋ ਸਭ ਨਾਮ। ਸਿੱਧਾ ਆਖਿਆ ਉਹਨਾਂ ਨੇ, ਕਲਿਆਣ ਚੰਦ ਜੀ ਤੁਸੀਂ ਅਲੱਗ ਦਿਸ਼ਾ ਤੋਂ ਗੱਲ ਕਰਦੇ ਹੋ, ਅਲੱਗ ਤੋਂ ਕਰਦੇ ਹੋ, ਭਾਵ ਸੁਭਾਅ ਅਲੱਗ-ਅਲੱਗ ਨੇ। ਉਹ ਸੀਤਲ ਸੁਭਾਅ ਦੇ ਬਾਲਕ ਨੇ ਤੇ ਤੁਸੀਂ ਗਰਮ ਸੁਭਾਅ, ਭੱਠੇ ਵਾਂਗੂ ਮਾਰਨਾ ਤਪੇ ਹੀ ਰਹਿਣਾ। ਪਿਤਾ ਕਹਿੰਦੇ ਠੀਕ ਹੈ ਜੀ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਇਹਨੂੰ ਇੱਕ ਪਾਸੇ ਕਰੋ, ਕਿਤੇ ਕੰਮ ਕਾਰ ਕਰੇ, ਜਿੱਥੇ ਮਰਜ਼ੀ ਰਵੇ, ਆਪਣਾ ਕਮਾਵੇ, ਆਪਣਾ ਖਾਵੇ। ਰਾਏ ਬੁਲਾਰ ਜੀ ਕਹਿੰਦੇ ਭਾਈ ਲੜਾਈ ਤਾਂ ਮੁੱਕਣੀ ਹੈ ਜੇ ਪਿਓ ਪੁੱਤ ਇੱਕ ਦੂਜੇ ਤੋਂ ਦੂਰ ਹੋਵੋਗੇ। ਮਮ ਮਨ ਲੋਲ ਪਤ ਤਬ ਤਾਹੇ ਉਧਾਰਤ ਸੰਤ ਸੁਭਾਈ ਸਦਾ ਕਰਨਾ ਹੀ। ਪਿਤਾ ਜੀ ਦੇ ਦਿਲ ਦੀ ਗੱਲ ਹੋ ਗਈ, ਪਰ ਉਹ ਅਜੇ ਵੀ ਅੰਦਰੋਂ ਵੀ ਚੱਲ ਜਿੱਥੇ ਮਰਜ਼ੀ ਰਹੋ, ਜਦੋਂ ਲੱਗੂ ਸੇਕ ਆਪੇ ਘਰੇ ਆਊ। ਮਾਪੇ ਕਹਿ ਦਿੰਦੇ ਆ ਨਾ ਕਈ ਵਾਰ ਬੱਚੇ, ਕੋਈ ਨਹੀਂ ਪੁੱਤ ਜਾ ਭੱਜ ਜਾ, ਲੱਗ ਜੂ ਪਤਾ। ਨਾਲੇ ਕਈ ਜਾਣਗੇ ਗੱਲਾਂ ਗੱਲਾਂ 'ਚ ਵੀ ਕਿਤੇ ਸੱਚੀ ਨਾ ਚਲਿਆ ਜਾਏ, ਵੀ ਜਦ ਰੋਟੀ ਨਹੀਂ ਨਾ ਮਿਲਣੀ, ਮਾਂ ਦੀਆਂ ਰੋਟੀਆਂ ਯਾਦ ਆਈਆਂ, ਪੁੱਤ ਚੀਕਾਂ ਮਾਰਦਾ ਆਏਗਾ। ਮੈਂ ਬੜੇ ਵੇਖੇ ਮਾਂ ਬਾਪ ਜਵਾਕਾਂ ਨੂੰ ਕਹਿੰਦਾ ਮੰਮੀ ਕੈਨੇਡਾ ਚੱਲਿਆ, ਕਹਿੰਦੇ ਜਾ ਫਿਰ ਰੋਟੀਆਂ ਜਦੋਂ ਮਾਂ ਦੀਆਂ ਯਾਦ ਆਉਣਗੀਆਂ ਰੋਏਗਾ, ਜਦੋਂ ਕੱਪੜੇ ਧੋਏਗਾ। ਅਗਲਾ ਹੁਣ ਫੋਨ ਕਰਦਾ, ਕਹਿੰਦਾ ਬੇਬੇ ਹੁਣ ਕਿਵੇਂ ਆ? ਕਹਿੰਦੀ ਪੁੱਤ ਮੈਨੂੰ ਵੀ ਬੁਲਾ ਲਾ। ਕਹਿੰਦੇ ਉਦੋਂ ਤੇ ਕਹਿੰਦੇ ਸੀ ਵੀ ਏਦਾਂ ਹੋ ਜਾਊਗਾ। ਸਾਰਿਆਂ ਨਾਲ ਸੇਮ ਨਹੀਂ ਨਾ ਹੁੰਦਾ, ਹਾਲਾਤ ਬਦਲ ਜਾਂਦੇ ਆ। ਕਈ ਵਾਰ ਮਾਪਿਆਂ ਦੀ ਪਾਈ ਹੋਈ ਗੇਮ ਪੁੱਠੀ ਪੈ ਜਾਂਦੀ ਹੈ ਤੇ ਕਈ ਵਾਰ ਸੂਤ ਆ ਜਾਂਦੀ ਹੈ। ਤੇ ਮਾਪੇ ਪੁਰਾਣੇ ਹਿਸਾਬ ਨਾਲ ਅੱਜ ਵੀ ਦਾਬੇ ਮਾਰਦੇ, ਜਾ ਭਾਜਾ ਓਏ ਕੰਮ ਕਰ ਆਪਣਾ। ਤੇ ਅਗਲਾ ਕਹਿੰਦਾ ਕੋਈ ਨਹੀਂ ਫਿਰ ਕਰਕੇ ਵਿਖਾਵਾਂਗੇ। ਫਿਰ ਆਉਂਦੇ ਆ ਉਹ ਚੰਡੀਗੜ੍ਹ ਵਾਲੇ ਪਾਸੇ, ਹੁਣ ਕਹਿੰਦੇ ਬੰਬੇ ਸਾਡੇ ਮੁੰਡੇ ਨੇ ਕੋਠੀ ਪਾਈ, ਉੱਥੇ ਜਾਣਾ। ਯਾਰ ਕੋਈ ਟਾਈਮ ਹੀ ਨਹੀਂ ਹੈ ਬਾਪੂ ਨਾਲ ਗੱਲ ਕਰਨ ਦਾ, ਵੀ ਤੇਰੇ ਕੋਲ ਕਿੰਨਾ ਕੁ ਟਾਈਮ ਸੀ? ਜਦੋਂ ਤੇਰੇ ਕੋਲ ਬਹਿਦਾ ਸੀ ਤੂੰ ਇਹੋ ਜਿਹੀ ਉਹਦੀ ਸਰਵਿਸ ਕਰਾਉਂਦਾ ਸੀ, ਇਹੋ ਜਿਹੀ ਉਹਦੀ ਮਹਿਮਾ ਲੋਕਾਂ ਕੋਲ ਕਰਦਾ ਸੀ। ਅਗਲਾ ਸ਼ਰਮ ਦਾ ਮਾਰਾ ਘਰ ਬਾਰ ਛੱਡ ਕੇ ਹੁਣ ਜੇ ਸੈਟਲ ਹੋ ਗਿਆ ਤੇ ਹੁਣ ਉੱਥੇ ਉਹਦੀ 30 ਦਿਨ ਝੋਲਾ ਲੈ ਕੇ ਆਉਂਦਾ, ਕਿੱਥੇ ਚੱਲਿਆ? ਮੁੰਡੇ ਕੋਲ ਚੱਲੇ। ਮੁੰਡਾ ਪੁੱਛਦਾ ਕਿਉਂ? ਜੋ ਉਹਦੇ ਨਾਲ ਕੀਤਾ ਉਹ ਤੇਰੇ ਨਾਲ ਵੀ ਹੋਣਾ ਹੈ। ਜੈਸੇ ਕੋ ਤੈਸਾ। ਮਨੁੱਖ ਜੋ ਕਿਸੇ ਨਾਲ ਕਰਦਾ ਨਾ, ਕੋਈ ਕਿਸੇ ਦੇ ਧੀ ਪੁੱਤ ਨੂੰ ਮਾੜਾ ਕਹਿੰਦਾ, ਆਪਣੇ ਉਹੋ ਜਿਹੇ ਨਿਕਲ ਆਉਂਦੇ। ਕੋਈ ਕਿਸੇ ਦੀਆਂ ਬੁਰਾਈਆਂ ਕਰਦਾ ਸੀ, ਆਪਣੇ ਨਾਲ ਉਹੋ ਜਿਹਾ ਹੋ ਗਿਆ, ਕਿਉਂਕਿ ਇਹ ਤੇ ਕਰਮਾਂ ਸੰਦੜਾ ਖੇਤ ਹੈ, ਜੋ ਬੀਜਣਾ ਹੋ ਜਾਂਦਾ। ਪਿਤਾ ਜੀ ਖੁਸ਼ ਸੀ, ਪੁੱਤ ਮੇਰਾ ਜਾਊਗਾ, ਜਦੋਂ ਇਹ ਭੁੱਖਾ ਰਹੂਗਾ, ਕਿਸੇ ਸਾਧਰੇ ਨਹੀਂ ਪੁੱਛਣਾ, ਇਹਦੀ ਜੇਬ 'ਚ ਪੈਸੇ ਨਹੀਂ ਹੋਣਗੇ, ਤੇ ਰਾਏ ਭੋਜ ਦੀ ਤਲਵੰਡੀ ਕੱਲ ਭੱਜਿਆ ਆਊ। ਫਿਰ ਆ ਕੇ ਕੀ ਗੁਰੂ ਕਮਾਊਗਾ? ਕਹੂਗਾ ਬਾਪੂ ਜੀ ਕੰਮ ਤੇ ਲਾ ਦਿਓ ਜੀ। ਹੁੰਦਾ ਵੀ ਹੈ ਕਈ ਘਰ ਛੱਡ ਕੇ ਪਛਤਾਉਂਦੇ ਆ, ਤੇ ਕਈਆਂ ਦਾ ਸੂਤ ਆ ਜਾਂਦਾ, ਉਹ ਕਹਿੰਦੇ ਲਾ ਹੁਣ ਘਰ ਕੀ ਰੱਖਿਆ, ਇੱਧਰ ਵਧੀਆ। ਗੁਰੂ ਸਾਹਿਬ ਨੂੰ ਕਹਿੰਦੇ ਸੱਦਾ ਦਿੱਤਾ ਗਿਆ, ਮਨ ਚਲੇ ਗਏ ਸੀ ਨਾ ਥੋੜੀ ਦੇਰ ਪਹਿਲਾਂ, ਕੱਲ ਸੁਣਿਆ ਆਪ ਜੀ। ਰਾਏ ਬੁਲਾਰ ਜੀ ਕਹਿੰਦੇ ਉਹਨਾਂ ਦੀ ਸਲਾਹ ਪੁੱਛ ਲੈਂਦੇ ਆ ਵੀ ਜੇ ਉਹ ਚਲੇ ਜਾਣ ਇੱਥੋਂ। ਹੁਣ ਇਹ ਸ਼ਬਦ ਕਿਉਂ ਆਖੇ? ਕਿਤੇ ਨਾ ਕਿਤੇ ਰਾਏ ਬੁਲਾਰ ਸਾਹਿਬ ਨੇ ਸਤਿਗੁਰਾਂ ਵਾਸਤੇ ਕੁਝ ਵਧੀਆ ਸੋਚਿਆ ਹੋਇਆ ਹੈ। ਉਹ ਜਾਣਦੇ ਨੇ ਸੰਤ ਰੂਪ ਨੇ, ਇਹ ਸਾਧੂ ਨੇ, ਬੰਦਗੀ ਵਾਲੇ ਨੇ। ਤੇ ਅੱਗ ਤੇ ਪਾਣੀ ਦਾ ਕੀ ਮੇਲ ਹੈ? ਕਦੇ ਵੀ ਨਹੀਂ। ਉਹ ਸ਼ਾਂਤ ਸੁਭਾਅ ਦੇ, ਪਿਤਾ ਗਰਮ ਸੁਭਾਅ ਦੇ ਨੇ। ਇਸੇ ਕਰਕੇ ਮਰਦ ਨੂੰ ਸੱਦਾ ਦਿੱਤਾ ਹੈ, ਇੱਕ ਵਾਰ ਉਹਨਾਂ ਤੋਂ ਪੁੱਛਿਆ ਜਾਵੇ, ਸਹਿਮਤੀ ਹੈ ਕਿ ਉਹ ਜਾਣਾ ਚਾਹੁੰਦੇ ਹਨ। ਉਨ ਸੇਵਕ ਭੇਜ ਬੁਲਾਏ ਕੈ ਨਾਨਕ ਪਾਸ ਵਸਾਏ ਕੈ ਸਾਦਰ ਪ੍ਰਾਹੀ। ਸੇਵਕ ਭੇਜ ਕੇ ਸਤਿਗੁਰਾਂ ਨੂੰ ਕੋਲ ਬੁਲਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ, ਨਮਸਕਾਰ ਕੀਤੀ, ਫੇਰ ਬਹਿ ਕੇ ਗੋਲੇ। ਰਾਏ ਬੁਲਾਰ ਜੀ ਨੇ ਸਾਰੀ ਗੱਲ ਦੱਸੀ ਵੀ ਤੁਹਾਡੇ ਪਿਤਾ ਤੁਹਾਡੇ ਨਾਲ ਨਾਰਾਜ਼ ਨੇ। ਇਹ ਗੁਰੂ ਸਾਹਿਬ ਨੂੰ ਪਤਾ ਹੈ, ਇੱਕ ਵਾਰ ਨਹੀਂ ਬੜੀ ਵਾਰ ਹੋਇਆ। ਹੁਣ ਤੇ ਸਤਿਗੁਰ ਆਪ ਕਹਿੰਦੇ ਹੁੰਦੇ ਸੀ, ਭਾਈ ਬਾਲਾ ਜੀ ਨੂੰ, ਬਾਲਿਆ ਚੱਲੀਏ ਕਿਤੇ, ਚਿੱਤ ਨਹੀਂ ਲੱਗਦਾ ਘਰੇ, ਦਿਲ ਨਹੀਂ ਲੱਗਦਾ ਆਪਣੇ ਪਿੰਡ। ਹੁਣ ਮਰਗ ਤੇ ਜਾਣਾ ਚਾਹੁੰਦੇ ਨੇ, ਤੇ ਰੱਬ ਦੇ ਪਿਆਰਿਆਂ ਨੇ ਰੱਬ ਦੀ ਭਾਵਨਾ ਸਮਝੀ ਹੈ। ਰਾਏ ਬੁਲਾਰ ਉਹਨਾਂ ਲਈ ਇੱਕ ਪੌੜੀ ਬਣੇ ਨੇ ਇੱਥੋਂ ਨਿਕਲਣ ਲਈ। ਇਹ ਖੇਡਾਂ ਕਰਤਾਰ ਦੀਆਂ ਆਪਣੀਆਂ ਰਚਾਈਆਂ ਹੋਈਆਂ ਨੇ। ਤੇ ਰਾਏ ਬੁਲਾਰ ਜੀ ਨੇ ਕੋਲੇ ਬਿਠਾ ਕੇ ਬੜੇ ਅਦਬ, ਮਾਣ, ਪਿਆਰ ਤੇ ਸਤਿਕਾਰ ਨਾਲ ਗੁਰਾਂ ਨੂੰ ਬੇਨਤੀ ਕੀਤੀ ਹੈ। ਦੋਹਰਾ ਪਤੀਆ ਮੈਂ ਲਿਖ ਦਿਓ ਹੋ, ਜਾਵੋ ਪੁਰ ਸੁਲਤਾਨ। ਕੀ ਆਖਣ ਲੱਗੇ? ਕਹਿੰਦੇ ਨਾਨਕ ਜੀ ਤੁਸੀਂ ਕਿਰਪਾ ਕਰਕੇ ਸੁਲਤਾਨਪੁਰ ਲੋਧੀ ਚਲੇ ਜਾਓ, ਭੈਣ ਜੀ ਦੇ ਘਰ।
ਭੈਣ ਵੀ ਚਾਹੁੰਦੀ ਸੀ ਵੀਰ ਘਰ ਆਵੇ। ਸੁਣਿਆ ਆਪ ਜੀ ਦੇ ਪਿੱਛੇ ਉਹਨਾਂ ਦੀ ਅੰਦਰ ਦੀ ਭਾਵਨਾ ਸੀ। ਤੇ ਸਤਿਗੁਰਾਂ ਦੇ ਜੀਜਾ ਜੀ ਭਾਈਆ ਜੈ ਰਾਮ, ਉਹ ਵੀ ਚਾਹੁੰਦੇ ਸੀ ਨਾਨਕ ਜੀ ਸਾਡੇ ਕੋਲ ਆਉਣ। ਜਦੋਂ ਦੋ ਰੂਹਾਂ ਚਾਹੁੰਦੀਆਂ ਤੇ ਰੱਬ ਕਿਉਂ ਨਹੀਂ ਆਊਗਾ ਜੀ? ਗੁਰੂ ਸਾਹਿਬ ਨੂੰ ਪੁੱਛਦੇ ਆ, ਕਹਿੰਦੇ ਤੁਸੀਂ ਜਾਣਾ ਚਾਹੁੰਦੇ ਹੋ? ਸੱਚੇ ਪਾਤਸ਼ਾਹ ਨੇ ਪਿਤਾ ਵੱਲ ਨਹੀਂ ਵੇਖਿਆ, ਸਿਰ ਹਿਲਾਇਆ ਵੀ ਜਿੱਥੇ ਭੇਜ ਦੋਗੇ ਚਲੇ ਜਾਵਾਂਗੇ। ਤੁਸੀਂ ਜਿੱਥੇ ਭੇਜ ਦੋਗੇ। ਇਹਨੂੰ ਪ੍ਰੇਮ ਕਹਿੰਦੇ ਆ। ਜੇ ਪਿਆਰੇ ਸੱਜਣ ਨੇ ਕਹਿਤਾ ਨਾ ਜਾ ਢੱਠੇ ਹੋ, ਉੱਥੇ ਵੀ ਚਲੇ ਜਾਣਾ। ਡੁੱਬ ਕੇ ਮਰ ਜਾ, ਡੁੱਬ ਜਾਗੇ। ਡਿੱਗ ਜਾ, ਡਿੱਗ ਜਾਗੇ। ਅੱਗ 'ਚ ਹੱਥ ਪਾ ਦੇ ਤੇ ਪਾ ਦਿਆਂਗੇ। ਇਹਨੂੰ ਪ੍ਰੇਮ ਕਹਿੰਦੇ। ਰਾਏ ਬੁਲਾਰ ਸਾਹਿਬ ਮਨ ਤੇ ਭਰਿਆ ਹੋਇਆ, ਚਿੱਤ ਕਰਦਾ ਸੱਜਣ ਨੂੰ ਦੂਰ ਕਰਨ ਦਾ, ਨਹੀਂ ਉੱਤੋਂ ਹੀ ਕਹਿੰਦੇ ਆ। ਕਹਿੰਦੀ ਫਿਰ ਮੈਂ ਪੱਤਰਕਾ ਲਿਖ ਦੇਣਾ, ਚਿੱਠੀ ਲਿਖ ਦੇਣਾ। ਚਿੱਠੀ ਵਿੱਚ ਸਾਰਾ ਹਾਲ ਲਿਖਿਆ ਹੋਏਗਾ। ਕੀ ਲਿਖਣਾ ਹੈ? ਹੁਣ ਥੋੜਾ ਜਿਹਾ ਧਿਆਨ ਪਿੱਛੇ ਲੈ ਕੇ ਆਓ। ਜਿਸ ਦਿਨ ਸਤਿਗੁਰਾਂ ਦੇ ਭਾਈਆ ਜੀ ਆਏ ਸੀ ਜੈਰਾ, ਰਾਏ ਬੁਲਾਰ ਜੀ ਨੇ ਕੋਲੇ ਬੁਲਾਇਆ ਸੀ। ਜੋ ਗੱਲਬਾਤ ਉੱਥੇ ਹੋਈ ਹੈ ਸੰਸਾਰੀ ਤੌਰ ਤੇ ਗੁਰੂ ਸਾਹਿਬ ਨੂੰ ਵੀ ਉਸ ਗੱਲ ਦਾ ਨਹੀਂ ਪਤਾ। ਸੰਸਾਰੀ ਤੌਰ ਸ਼ਬਦ ਵਰਤੇ ਫਿਜ਼ੀਕਲੀ, ਪਰ ਉਹ ਆਪ ਅੰਤਰਜਾਮੀ ਸਭ ਕੁਝ ਜਾਣਦੇ ਆ। ਸਤਿਗੁਰਾਂ ਦੇ ਪਿਤਾ ਵੀ ਇਸ ਗੱਲ ਤੋਂ ਅਣਜਾਣ ਸੀ ਵੀ ਜੈ ਰਾਮ ਜੀ ਤੇ ਰਾਏ ਬੁਲਾਰ ਵਿੱਚ ਕੀ ਗੁਫ਼ਤਗੂ ਹੋਈ ਹੈ। ਉਹੀ ਉਹ ਚਿੱਠੀ 'ਚ ਲਿਖਣਾ ਚਾਹੁੰਦੇ ਆ। ਚਿੱਠੀ ਇੱਕ ਪ੍ਰਾਈਵੇਸੀ ਹੈ। ਜਿੱਦਾਂ ਅੱਜ ਦੇ ਸਮੇਂ ਈਮੇਲ ਕਹਿ ਲਓ, WhatsApp ਕਰਦੇ ਆ, ਟੈਕਸਟ ਕਰਦੇ ਆ ਕਿਸੇ ਨੂੰ, ਸਾਡੀ ਆਪਣੀ ਪ੍ਰਾਪਰਟੀ ਹੈ। ਮੈਂ ਕਿਸੇ ਨਾਲ ਗੱਲ ਕਰਾਂ, ਮੇਰਾ ਭਰਾ ਹੈ। ਮੇਰੀ ਚਿੱਠੀ ਦੂਜਾ ਨਹੀਂ ਪੜ੍ਹ ਸਕਦਾ ਤੇ ਤੁਹਾਡੀ ਅਸੀਂ ਨਹੀਂ ਪੜ੍ਹ ਸਕਦੇ। ਇਸੇ ਕਰਕੇ ਉਹਦੇ ਉੱਤੇ ਸਟੈਂਪ ਲੱਗਦੀ ਹੈ, ਜਿਹੜੀ ਚਿੱਟ ਜੀ ਲਾਈ ਜਾਂਦੀ ਹੈ। ਇਸੇ ਕਰਕੇ ਲਾਈ ਜਾਂਦੀ ਹੈ ਵੀ ਇਹ ਪ੍ਰਾਈਵੇਸੀ ਵਾਲੀ ਚੀਜ਼ ਹੈ। ਜਿਹਨੂੰ ਭੇਜੀ ਆ ਲਿਖਤਮ ਪੜ੍ਹਤਮ, ਦੋਨਾਂ ਦੇ ਵਿੱਚ ਵਿਚਾਲੇ ਕੀ ਗੱਲ ਹੁੰਦੀ ਉਹੀ ਪੜ੍ਹ ਸਕਦੇ ਆ। ਰਾਏ ਬੁਲਾਰ ਆਖਣ ਲੱਗੇ ਮੈਂ ਚਿੱਠੀ ਲਿਖ ਦਿੰਦਾ, ਤੁਸੀਂ ਸਿਰਫ ਜਾ ਕੇ ਚਿੱਠੀ ਜੈ ਰਾਮ ਜੀ ਨੂੰ ਫੜਾਉਣੀ ਹੈ, ਪੜ੍ਹਨੀ ਤੁਸੀਂ ਵੀ ਨਹੀਂ ਹੈ। ਤੇ ਗੁਰੂ ਸਾਹਿਬ ਦੇ ਪਿਤਾ ਨਾ ਨਾ ਨਾ, ਉਹਨਾਂ ਨੂੰ ਕਿਹਨੇ ਫੜਾਉਣੀ ਚਿੱਠੀ? ਸਪਸ਼ਟ ਕਹਿਤਾ, ਕਹਿੰਦੇ ਇਹ ਕਲੇਸ਼ ਮੁੱਕ ਜਾਏਗਾ, ਤੁਸੀਂ ਘਰ ਛੱਡ ਕੇ ਚਲੇ ਜਾਓ। ਹੋ ਸਕਦਾ ਹੈ ਘਰ ਛੱਡਿਆਂ ਤੋਂ ਕਿਤੇ ਪਿਤਾ ਨੂੰ ਸੋਝੀ ਆ ਜੇ, ਹੋ ਸਕਦਾ ਹੈ, ਸ਼ੋਰ ਨਹੀਂ ਹੈ। ਹੋ ਸਕਦਾ ਪਿਤਾ ਨੂੰ ਹੋਵੇ ਵੀ ਮੇਰਾ ਪੁੱਤ ਚਲੇ ਗਿਆ, ਘਰ ਹੀ ਛੱਡ ਗਿਆ ਤੇ ਮੈਂ ਦੌਲਤ ਕੀ ਅੱਗ ਲਾਉਣੀ, ਕੀ ਕਰਨਾ ਹੈ ਸਾਰਾ ਕੁਝ ਇਹਨਾਂ ਵਾਸਤੇ ਤੇ ਹੈ। ਰਾਏ ਬੁਲਾਰ ਜੀ ਨੇ ਜਦੋਂ ਇਹ ਸ਼ਬਦ ਆਖਿਆ, ਕਹਿੰਦੇ ਚਿੱਠੀ ਲਿਖਦੀ ਹੈ ਮਰਦ, ਕਹਿੰਦੇ ਲਿਖ ਦੋ। ਸੋਚੋ ਦੁਨਿਆਵੀ ਤੌਰ ਤੇ ਗੁਰੂ ਸਾਹਿਬ ਘਰ ਛੱਡਣਾ ਚਾਹੁੰਦੇ ਨੇ ਤੇ ਪਿਤਾ ਨੇ ਕਿੰਨਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਹੋਣਾ। ਆਪਾਂ ਘਰ ਛੱਡਣ ਬਾਰੇ ਫੈਸਲਾ ਲੈ ਸਕਦੇ? ਅੱਜ ਕੱਲ੍ਹ ਤੇ ਹਾਲਤ ਇਹੋ ਜਿਹੀ ਆ, ਬਜ਼ੁਰਗ ਘਰ ਨਹੀਂ ਛੱਡਦੇ, ਜਵਾਕ ਪੁੱਛਦੇ ਵੀ ਨਹੀਂ, ਪਾਣੀ ਦਾ ਗਲਾਸ ਵੀ ਨਹੀਂ ਦਿੰਦੇ। ਉਹਨਾਂ ਸਾਹਮਣੇ ਸਿਫਤਾਂ ਕਰੀ ਜਾਣਗੇ, ਅੱਗੇ ਇੱਕ ਦੂਜੇ ਕੋਲ ਬਹਿ ਕੇ ਢਿੱਡ ਫੁੱਲਣਗੇ, ਜੀ ਬਹੁਤ ਮਾੜਾ ਮੁੰਡਾ ਸਾਡਾ। ਜਦ ਬੱਚੇ ਸਾਹਮਣੇ ਆ ਜਾਣਗੇ ਫਿਰ ਫੋਨ ਵੀ ਨਹੀਂ ਕਰਦੇ, ਉਹ ਵੀ ਰੱਖ ਦੇਣਗੇ, ਸਾਇਲੈਂਟ ਕਰ ਦੇਣਗੇ। ਪਤਾ ਹੈ ਵੀ ਇਹਨਾਂ ਦੀਆਂ ਕਰਤੂਤਾਂ ਇਹੋ ਜਿਹੀਆਂ, ਇੰਨੇ ਪਤਾ ਨਹੀਂ ਸਾਡੇ ਨਾਲ ਕੀ ਕਰਨਗੇ। ਡਰ ਆ ਨਾ ਕਿਤੇ ਨਾ ਕਿਤੇ। ਅੱਜ ਡਰ ਡਰ ਕੇ ਲੋਕਾਂ ਦਾ ਬੁਢਾਪਾ ਵੇਖੋ ਕਿੱਥੇ ਪਹੁੰਚ ਗਿਆ। ਕਹਿੰਦੇ ਆ ਨਾ ਵੀ ਉਹ ਜਾਪਾਨ ਦੇ ਲੋਕ ਇੰਨੀ ਇੰਨੀ ਉਮਰ ਭੋਗਦੇ, ਸਾਡੇ ਵਾਲੇ ਕਿਉਂ ਨਹੀਂ ਭੋਗਦੇ? ਪਹਿਲਾਂ ਵੀ ਜਵਾਕਾਂ ਤੋਂ ਡਰਦੇ ਸੀ, ਜਵਾਨੀ 'ਚ ਵੀ ਡਰੀ ਗਏ, ਬੁਢਾਪਾ ਆਇਆ ਉਦੋਂ ਵੀ ਗੁਲਾਮੀਆਂ ਕਰੀ ਗਏ, ਹੁਣ ਫੇਰ ਡਰੀ ਜਾਂਦੇ ਨੇ। ਅੱਜ ਦੇ ਬਜ਼ੁਰਗ 2-2 3-3 ਵਾਰ ਉਹਨਾਂ ਨੂੰ ਪਿਤਾ ਬਣਨਾ ਪੈ ਰਿਹਾ। ਮਾਪੇ ਪਹਿਲਾਂ ਆਪਣੇ ਬੱਚੇ ਪਾਲੇ, ਹੁਣ ਪੋਤਾ ਪੋਤੀ ਪਾਲੇ, ਨੂੰਹ ਪੁੱਤ ਸਿੱਧੇ ਮੂੰਹ ਗੱਲ ਨਹੀਂ ਕਰਦੇ। ਡਰ ਹੈ ਨਾ ਕਿਤੇ ਨਾ। ਕਿਉਂ? ਕਿਉਂਕਿ ਆਪਣੀ ਜ਼ਿੰਦਗੀ ਨੂੰ ਇੰਨਾ ਝੁਕਾ ਲਿਆ, ਇੰਨਾ ਕਮਜ਼ੋਰ ਕਰ ਲਿਆ, ਉਹਨਾਂ ਦੇ ਆਸਰੇ ਹੋ ਗਏ। ਤੇ ਬਾਣੀ ਪੜ੍ਹੀ ਹੁੰਦੀ, ਸਤਿਗੁਰ ਦੇ ਕਹਿੰਦੇ ਸੀ ਭਾਈ ਬਣਦਾ ਮਾਣ ਧੀ ਨੂੰ ਦਿਓ, ਬਣਦਾ ਮਾਣ ਪੁੱਤ ਨੂੰ ਦਿਓ, ਮਾਪਿਆਂ ਨੂੰ ਦਿਓ, ਕਿਸੇ ਦਾ ਹੱਕ ਨਾ ਹੋ, ਜੋ ਇੱਜ਼ਤ ਆ ਦਿਓ ਨਾ, ਪਰ ਗੁਲਾਮ ਨਾ ਹੋਇਓ। ਆਖੋ ਸਤਿਨਾਮ। ਜਿੱਦਣ ਬੰਦਾ ਗੁਲਾਮ ਬਣ ਜਾਂਦਾ ਨਾ, ਗੁਲਾਮ ਜਾਨਵਰ ਵੇਖੇ ਸਰਕਸ ਵਿੱਚ ਸ਼ੇਰ ਨੇ, ਸਰਕਸਾਂ ਦੇ ਵਿੱਚ ਉਹ ਸ਼ੇਰ ਜੰਗਲ ਦਾ ਰਾਜਾ, ਸਰਕਸ ਵਾਲਾ ਤਾਂ ਨਹੀਂ ਹੁੰਦਾ, ਉਹਦੇ ਇਸ਼ਾਰਿਆਂ ਦੇ ਨੱਚਦਾ, ਭਾਵੇਂ ਹਾਥੀ ਕਿਉਂ ਨਾ ਹੋਵੇ। ਉਹਨੂੰ ਖੁੱਲਾ ਵੀ ਛੱਡ ਦਿਓ, ਪਿੰਜਰਾ ਵੀ ਖੋਲ ਦਿਓ, ਕੁਰਸੀ ਤੇ ਬੈਠੇ ਲੋਕਾਂ ਸਾਹਮਣੇ ਉਹ ਨੱਚ ਰਿਹਾ ਹੈ, ਉਹਨੇ ਕਹਿਣਾ ਨੋਟ ਕਮਾਉਣੇ ਸਿਰਫ ਕੁਛ ਟੁਕੜਿਆਂ ਦੇ, ਕੁਛ ਬੋਟੀਆਂ ਦੇ। ਉਹਨੇ ਆਪਣੀ ਮਾਨਸਿਕਤਾ ਨੂੰ ਇੰਨੀ ਗੁਲਾਮੀ ਵਿੱਚ ਢਾਲ ਲਿਆ, ਨਿਕਲ ਨਹੀਂ ਸਕਦਾ। ਤੇ ਪਿਤਾ ਸੋਚਦੇ ਆ ਵੀ ਪੁੱਤ ਮੇਰਾ ਭੱਜੇ ਆਊਗਾ ਜਦੋਂ ਭੁੱਖਾ ਰਹੂ। ਘਰ ਤੇ ਘਰ ਹੀ ਹੁੰਦਾ ਹੈ, ਰਿਸ਼ਤੇਦਾਰਾਂ ਦੇ ਜੱਡੇ ਮਰਜ਼ੀ ਘਰ ਹੋਣ, ਉਹ ਘਰ ਆਪਣੇ ਵਰਗੀ ਰੀਸ ਨਹੀਂ। ਪਿਤਾ ਲਈ ਇਸ ਲਈ ਗੱਲ ਹੋਈ ਹੈ। ਉਹਨਾਂ ਨੇ ਸਪਸ਼ਟ ਆਖਿਆ, ਕਹਿੰਦੇ ਸੁਲਤਾਨਪੁਰ ਲੋਧੀ ਜੈ ਰਾਮ ਜੀ ਨੂੰ ਮੈਂ ਖੱਤ ਲਿਖ ਦਿੰਦਾ, ਜਾ ਕੇ ਖੱਤ ਪੜ੍ਹਾ ਦਿਓ, ਤੁਸੀਂ ਉੱਥੇ ਹੀ ਰਹਿਣਾ ਹੈ ਜਦੋਂ ਤੱਕ ਅਸੀਂ ਨਾ ਬੁਲਾਈਏ, ਤੁਸੀਂ ਵਾਪਸ ਆਉਣਾ ਨਹੀਂ। ਪਰਚੇ ਹੋਂਗੇ ਸੁਖ ਪਾਏ ਹੋ, ਕਾਲੂ ਕਲਹ ਨਿਦਾਨ। ਤੇ ਫੇਰ ਕਹਿੰਦਾ, ਕਹਿੰਦੇ ਤੁਹਾਡੇ ਪਿਤਾ ਤੇ ਲੜਾਈ ਦੇ ਖਜ਼ਾਨੇ ਨੇ,
ਕਲਹ ਨਾਮ ਲੜਾਈ ਦਾ, ਨਿਧਾਨ ਨਾਮ ਖਜ਼ਾਨੇ ਦਾ। ਇਹ ਤੇ ਲੜਾਈ ਦੇ ਸਾਗਰ ਨੇ। ਪਰ ਨਾਨਕ ਜੀ ਉੱਥੇ ਰਹਿ ਕੇ ਤੁਸੀਂ ਖੁਸ਼ ਰਹੋਗੇ, ਸ਼ਾਂਤ ਰਹੋਗੇ। ਜਦੋਂ ਘਰ ਵਿੱਚ ਕਲੇਸ਼ ਹੋਵੇ ਨਾ, ਕੀ ਕਰ ਸਕਦਾ ਬੰਦਾ? ਦੁਖੀ ਰਹੇਗਾ, ਮੁਰਝਾਏਗਾ, ਦੁਨੀਆ ਨਾਲ ਲੜੂਗਾ। ਇੱਕ ਹੀ ਇੱਕ ਤੇ ਘਰ ਪਰਮਾਤਮਾ ਨੇ ਬਖਸ਼ਿਆ ਸੀ, ਭਾਈ ਇੱਥੇ ਰਹਿ ਕੇ ਖੁਸ਼ ਰਹੀ। ਸੱਚੀ ਜਿਹਦਾ ਹਿਰਦਾ ਘਰ ਖੁਸ਼ ਨਹੀਂ ਨਾ, ਮਨ ਖੁਸ਼ ਨਹੀਂ, ਉਹਨੂੰ ਬਾਹਰ ਦੇ ਮਹਿਲ ਵੀ ਖੁਸ਼ ਨਹੀਂ ਕਰ ਸਕਦੇ। ਜਿਹਦਾ ਮਨ ਦੁਖੀ ਹੈ ਨਾ, ਮਨ ਕਲਪਿਆ ਹੋਇਆ, ਉਹ ਦੁਖੀ ਹੋਏਗਾ। ਉਹਦੇ ਕਰਮ ਹੀ ਇਦਾਂ ਦੇ ਉਹਨੇ ਆਪ ਬਣਾ ਲਏ ਵੀ ਮੈਂ ਸੁਖੀ ਹੋ ਹੀ ਨਹੀਂ ਸਕਦਾ ਤੇ ਮੈਨੂੰ ਕੁਛ ਨਹੀਂ ਕਰ ਸਕਦਾ। ਹੁਣ ਆਪਾਂ ਰੱਬ ਨੂੰ ਦੋਸ਼ ਦੇਈ ਜਾਂਦੇ ਆ। ਜੇ ਮੇਰੀ ਸੋਚਣੀ ਆਪਣੀ ਮਾੜੀ, ਮੇਰੀ ਆਪਣੀ ਸੋਚ ਮਾੜੀ ਹੋਏਗੀ ਤੇ ਮੈਨੂੰ ਕੋਈ ਦੁਨੀਆ ਤੇ ਖੁਸ਼ ਕਰ ਸਕਦਾ? ਰੱਬ ਦੇ ਘਰ ਬਹਿ ਕੇ ਵੀ ਮੈਂ ਖੁਸ਼ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਆਪਣੇ ਦੁੱਖਾਂ ਦਾ ਕਾਰਨ ਮੈਂ ਆਪ ਆ, ਰੱਬ ਨਹੀਂ ਹੈ। ਪਰਮਾਤਮਾ ਨੇ ਤੇ ਕਿਹਾ ਛੱਡ ਕਲੇਸ਼ ਦੁਨੀਆ ਦਾ, ਬਹਿ ਲਾ ਚੌਕੜਾ ਕਰ ਬੰਦਗੀ, ਕਰ ਸੇਵਾ, ਕਰ ਬੰਦਗੀ। ਉਹਦੇ ਲਈ ਸਾਡੇ ਕੋਲ ਟਾਈਮ ਨਹੀਂ। ਤੇ ਫਿਰ ਮੈਂ ਉਲਾਂਭਾ ਦਿੱਤਾ, ਮੈਨੂੰ ਵਾਹਿਗੁਰੂ ਨੇ ਵੀ ਸੁੱਖ ਨਹੀਂ ਦਿੱਤਾ, ਮੇਰੀ ਧੀ ਉਹ ਵੀ ਨਹੀਂ ਸੁਣਦਾ। ਕਿਉਂ ਸੁਣੇ? ਜਦ ਜਿਨ੍ਹਾਂ ਨੇ ਤੈਨੂੰ ਜੰਮਿਆ ਤੇਰੀ ਉਹ ਨਹੀਂ ਸੁਣਦੇ, ਰੱਬ ਕਿਉਂ ਸੁਣਦਾ? ਜਿੱਦਣ ਤੂੰ ਆਪਣੇ ਆਪ ਦੀ ਸੁਣੇਗਾ, ਆਪਣੇ ਆਪ ਨੂੰ ਸਾਵਧਾਨ ਕਰੇਗਾ, ਉਦੋਂ ਪਰਮਾਤਮਾ ਵੀ ਸੁਣੇਗਾ। ਉਹਨੇ ਉਹਦੀ ਸੁਣੀ ਹੈ ਜਿਹਨੇ ਉਹਦੇ ਅੱਗੇ ਅਰਦਾਸ ਕੀਤੀ ਹੈ। ਜਿਹਨੇ ਅੰਦਰ ਪੀੜਾ ਜਾਣੀ ਹੈ ਨਾ, ਫਿਰ ਉੱਥੇ ਗੁਰੂ ਸਾਹਿਬ ਨੂੰ ਕਹਿਣਾ ਪਿਆ, ਬਿਨ ਬੋਲਿਆ ਸਭ ਕੁਝ ਜਾਣਦਾ, ਕਿਛ ਆਗੇ ਕੀਚੈ ਅਰਦਾਸ। ਕਿਹਦੇ ਅੱਗੇ ਅਰਦਾਸ ਕਰਿਓ ਤੇ ਬਿਨਾ ਬੋਲਿਆ ਜਾਣਦਾ ਹੈ, ਪਰ ਅੰਦਰ ਦੀ ਪੀੜਾ ਹੋਵੇ ਤੇ ਸਹੀ। ਇਹ ਨਾ ਹੋਵੇ ਵੀ ਮੇਰਾ ਪੂਰਾ ਰੱਬ ਨਹੀਂ ਦੋਸ਼ ਦੇਈ ਜਾ। ਕੋਈ ਕੰਮ ਖਰਾਬ ਹੋ ਕਹਿੰਦੇ ਬਸ ਯਾਰ ਰੱਬ ਹੀ ਨਹੀਂ ਮੰਨਦਾ, ਪਤਾ ਨਹੀਂ ਅਸੀਂ ਰੱਬ ਦੇ ਕੀ ਮਾਰ ਮਾਰੇ। ਇਹ ਵੀ ਦੱਸ ਆਪਣੀ ਕਰਤੂਤ ਵੀ ਤੂੰ ਕੀ ਕਰਿਆ? ਤੂੰ ਰੱਬ ਨੂੰ ਕਿੰਨਾ ਦੇ ਕਿੰਨਾ ਕੁ ਚੇਤੇ ਕੀਤਾ? ਦੁਨੀਆ ਨੂੰ ਦੋਸ਼ ਦਿੰਦੇ। ਪਿਤਾ ਜੀ ਖੁਸ਼ ਸੀ ਇਸ ਗੱਲ ਕਰਕੇ। ਰਾਏ ਬਲਾਰ ਨੇ ਝਗੜਾ ਹੀ ਨਿਬੇੜਤਾ। ਕਹਿੰਦੇ ਆ ਮੈਂ ਖੱਤ ਲਿਖ ਦਿੰਦਾ। ਨਾਨਕ ਜੀ ਖੱਤ ਤੁਸੀਂ ਫੜਾ ਦਿਓ, ਤੁਹਾਡੇ ਪਿਤਾ ਹਰ ਵੇਲੇ ਕਲੇਸ਼ ਕਰਦੇ ਨੇ, ਇਹਨਾਂ ਦਾ ਕਲੇਸ਼ ਮੁੱਕ ਜੂਗਾ। ਜਦੋਂ ਆਮੋ ਸਾਹਮਣੇ ਨਹੀਂ ਹੋਣਾ ਇੱਕ ਦੂਜੇ ਦਾ, ਇਹ ਆਪਣੀ ਜ਼ਿੰਦਗੀ 'ਚ ਖੁਸ਼ ਰਹਿਣਗੇ। ਤੁਸੀਂ ਆਪਣੇ ਜੀਵਨ ਵਿੱਚ ਆਪਣਾ ਆਨੰਦ ਮਾਣੋ। ਸੋਰਠ ਇਹ ਬਿਦ ਕਹਿ ਕਰ ਆਏ, ਪਾਤੀ ਲਿਖੀ ਜੈ ਰਾਮ ਕੋ। ਚਿੱਠੀ ਲਿਖਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਸਹਿਮਤੀ ਲਈਏ। ਇਹ ਜ਼ਰੂਰੀ ਹੈ। ਤੁਸੀਂ ਜਿਨ੍ਹਾਂ ਦਾ ਕੰਮ ਕਰ ਰਹੇ ਹੋ ਉਹਨਾਂ ਨੂੰ ਪੁੱਛੋ ਵੀ ਤੁਸੀਂ ਸਹਿਮਤ ਹੋ। ਅੱਜ ਕੱਲ੍ਹ ਤੇ ਇਹੋ ਜਿਹਾ ਜ਼ਮਾਨਾ ਜੀ, ਤੁਸੀਂ ਕਿਸੇ ਦਾ ਭਲਾ ਕਰੋ, ਅਗਲਾ ਕੋਰਟ 'ਚ ਖਿੱਚ ਲੈਂਦਾ ਤੁਹਾਨੂੰ ਵੀ ਤੂੰ ਮੇਰੇ ਨਾਲ ਏਦਾਂ ਕਿਉਂ ਕਰਾਇਆ। ਉਹ ਕਹਿੰਦਾ ਭਰਾਵਾ ਪਹਿਲਾਂ ਸਾਈਨ ਕਰ ਦੇ ਇੱਥੇ, ਤੂੰ ਜਿੰਨਾ ਮਰਜ਼ੀ ਚੰਗਾ ਜੋ ਮਰਜ਼ੀ ਆ, ਭਾਵੇਂ ਮੇਰਾ ਭਰਾ ਵੀ ਕਿਉਂ ਨਾ ਹੋਵੇ, ਸਿਗਨੇਚਰ ਕਰ ਇੱਥੇ। ਤੇਰਾ ਕੀ ਪਤਾ ਕੱਲ ਨੂੰ ਆਖੇ ਮੈਨੂੰ ਗੁੰਮਰਾਹ ਕਰਕੇ ਕਰਾਤਾ ਜੀ। ਬੜਾ ਕੁਛ ਏਦਾਂ ਹੁੰਦਾ ਜੀ। ਕਿਸੇ ਟਰੈਵਲ ਏਜੰਟ ਕੋਲ ਜਾਓਗੇ, ਉਹ ਵੀ ਸਾਈਨ ਕਰਾਉ ਤੁਹਾਡੇ, ਹਲਫੀਆ ਬਿਆਨ ਲੈਂਦਾ ਉਹ ਵੀ ਜੇ ਕੱਲ ਨੂੰ ਮੈਂ ਭੱਜ ਭੁੱਜ ਗਿਆ ਕੇਸ ਤਾਂ ਨਹੀਂ ਕਰੂਗਾ। ਆ ਪਿੱਛੇ ਜੇ ਇੱਕ ਬਾਬਾ, ਹੁਣ ਤੇ ਉਹ ਲੱਭਦਾ ਹੀ ਨਹੀਂ ਹੈ ਇੱਥੇ, ਉਹਨੇ ਲੋਕਾਂ ਤੋਂ ਐਫੀਡੇਵਿਟ ਲੈ ਲਏ ਵੀ 3000 ਜਮ੍ਹਾਂ ਕਰਾਓ, 30000 ਪਾਓ। ਬੜਿਆਂ ਨੂੰ ਮਿਲਿਆ। ਉਹ ਪਹਿਲੇ ਕਹੀ ਜਾਂਦਾ ਸੀ ਚੀਕ ਚੀਕ ਕੇ, ਕਹਿੰਦਾ ਬਾਈ ਮੈਂ ਕਿਸੇ ਦਾ ਜ਼ਿੰਮੇਵਾਰ ਨਹੀਂ, ਐਫੀਡੇਵਿਟ ਇਹਨਾਂ ਨੇ ਆਪ ਦਿੱਤਾ ਹੈ। ਜਦ ਕੋਈ ਪੱਤਰਕਾਰ ਜਾਇਆ ਕਰੇ ਲੋਕ ਡਾਂਗੋ ਡਾਂਗੀ ਹੋਇਆ ਕਰਨ, ਕਹਿੰਦੇ ਤੂੰ ਆ ਨਾ ਓਏ ਬਾਬਾ ਜੀ ਭਲਾ ਕਰਦੇ ਲੋਕਾਂ ਦਾ। ਤੇ ਹੁਣ ਕਹਿੰਦੇ 30 ਕਰੋੜ ਲੈ ਕੇ ਭੱਜ ਗਿਆ ਹੁਣ ਕੋਈ ਨਹੀਂ ਸੁਣਦਾ। ਹੱਥ ਆਪ ਵੱਡੇ ਹੋਏ ਐਫੀਡੇਵਿਟ ਦੇ ਕੇ। ਦੁਨੀਆ ਦਾ ਕੋਈ ਕੰਮ ਕਰਦੇ ਹੋ, ਕਿਸੇ ਨੌਕਰੀ ਤੇ ਜਾਂਦੇ ਹੋ, ਤੁਹਾਡੇ ਤੋਂ ਲਿਖਾ ਕੇ ਲਿਆ ਜਾਂਦਾ ਹੈ ਤੁਹਾਡਾ ਸਰਟੀਫਿਕੇਟ ਐਸਐਸਪੀ ਦੇ ਕੋਲ ਹੁੰਦਾ ਹੈ। ਤੁਸੀਂ ਕਿਹੋ ਜੀ, ਤੁਹਾਡਾ ਚਰਿੱਤਰ ਕਿਹੋ ਜਿਹਾ ਹੈ। ਕੱਲ ਨੂੰ ਕੋਈ ਗਲਤੀ ਕਰੋਗੇ ਆਪ ਭੁਗਤੋਗੇ। ਕਹਿੰਦੇ ਉਸ ਵੇਲੇ ਸਹਿਮਤੀ ਲਈ ਗੁਰੂ ਸਾਹਿਬ ਕਹਿੰਦੇ ਠੀਕ ਹੈ, ਕਿਉਂਕਿ ਜਿਨ੍ਹਾਂ ਦਾ ਕੰਮ ਕਰਦੇ, ਜੇ ਕੱਲ ਨੂੰ ਗੁਰੂ ਸਾਹਿਬ ਹੀ ਕਹਿ ਦੇਣ, ਇੱਕ ਸੁਭਾਵਿਕ ਗੱਲ ਹੈ ਵੀ ਰਾਏ ਬਲਾਰ ਜੀ ਮੈਂ ਜਾਣਾ ਨਹੀਂ ਚਾਹੁੰਦਾ ਸੀ, ਤੁਸੀਂ ਭੇਜਦਾ। ਜਾਂ ਸਤਿਗੁਰਾਂ ਦੇ ਪਿਤਾ ਹੀ ਕਹਿਣ ਵੀ ਮੈਂ ਤੇ ਆਪਣੇ ਪੁੱਤ ਨੂੰ ਵੈਸੇ ਝੜਕਿਆ ਸੀ, ਤੁਸੀਂ ਚੰਗਾ ਕੰਮ ਕੀਤਾ ਜੀ, ਮੇਰਾ ਮੁੰਡਾ ਮੇਰੇ ਤੋਂ ਤੋੜਦਾ। ਉਹ ਬਾਰ-ਬਾਰ ਕਹਿੰਦੇ ਆ ਵੀ ਤੁਹਾਡੇ ਪਿਤਾ ਨੇ ਕਲੇਸ਼ ਬੰਦ ਨਹੀਂ ਕਰਨਾ, ਤੁਹਾਨੂੰ ਇੱਥੇ ਰਹਿਣ ਦਾ ਫਾਇਦਾ ਹੀ ਕੋਈ ਨਹੀਂ। ਤੇ ਗੁਰੂ ਸਾਹਿਬ ਹੱਥ ਜੋੜ ਕੇ ਪਤਾ ਕੀ ਕਹਿੰਦੇ? ਕਹਿੰਦੇ ਮਹਾਂਪੁਰਖੋ ਤੁਸੀਂ ਜੋ ਕਹੋਗੇ ਸਾਨੂੰ ਸਭ ਪ੍ਰਵਾਨ ਆਖੋ, ਸਤਿਨਾਮ ਸਿਰ ਮੱਥੇ। ਕਿੰਨਾ ਸਤਿਕਾਰ ਕਰਦੇ ਆ, ਕਿੰਨਾ ਪ੍ਰੇਮ ਕਰਦੇ ਨੇ। ਨਾਨਕ ਤੁਮ ਢਿਗਿਆਏ, ਭਾਗ ਵੱਡੇ ਨਿਜ ਜਾਣੀਏ। ਚਿੱਠੀ ਤੇ ਖੱਤ ਲਿਖਿਆ। ਖੱਤ ਵਿੱਚ ਉਹਨਾਂ ਨੇ ਜੈ ਰਾਮ ਜੀ ਨੂੰ ਫਤਿਹ ਲਿਖੀ। ਉਸ ਵੇਲੇ ਵੱਡੇ ਆ, ਬੜੇ ਪਿਆਰ ਚ ਆਖਣ ਲੱਗੇ, ਕਹਿੰਦੇ ਜੈ ਰਾਮ ਤੇਰੇ ਭਾਗ ਜਾਗ ਪਏ। ਖੱਤ ਚ ਲਿਖਿਆ ਕਹਿੰਦੇ ਤੇਰੇ ਘਰ ਰਾਬੇ ਆਉਣ ਲੱਗਿਆ, ਸੇਵਾ ਦਾ ਮੌਕਾ ਨਾ ਕਿਤੇ ਗਵਾ ਲਈ, ਆਖੋ ਸਤਿਨਾਮ ਸਾਂਭੀ।
जिन्ना सत्कार कर सके, जिन्नी सेवा कर सके, तेरे घर चरण पाउण आउण लगे आ। परमात्मा आया तेरे घरे, कहते जी जयराम जी नूं खत लिखता सतगुरां दे भाइया जी सुल्तानपुर, कहते जद तेरे घर आउण चिट्ठी प्राप्त होवे, लख कहण गुरु साहब जाना है, जाना दिओ। इन्हां दे दर्शन भागां नाल प्राप्त हुंदे ने। जंग छंद जिति सेव होवे करें, आप जाकी लिखी राय ऐसो पयो प्रेम शाकी। चिट्ठी लिखते लिखते राय बुलार जी दी अखां चों मोती निकलने शुरू हो गए। कहते जिन्नी सेवा कर लोगे, जिन्नी सेवा कर लोगे, उन्नियां खुशियां परलोक विच मिलणगियां, इत्थे भी मिलणगियां। अगे एक शब्द उन्होंने लिखता जिथों भावुक हो गए, कहते मेरे कर्म मारे मैं चाह के भी रब परमात्मा प्यारे नूं अपने तो विछोड़ रहा नेड़े नहीं रख सकिया। तेरे भाग चंगे ने, इन्हां नूं रिश्तेदार ना जानी, संबंधी नाती ना जानी, ये आप रब ने, कोई आपा छुपा के रहिंदे ने। तेरे घर आए ने, कदे किसी वस्तु की लोड़ होई मैनूं हुक्म भेज दई, मैं माया दे ढेर ला देंगा। खुदा दा नाम रोकी ना नाम करे। एक पासे पिता चाहुंदे आ भी चलिया जाए तूं, जदों जाऊगा इनूं आप ही समझ आ जानी है भी बगाने किन्नी देर रखदे हुंदे, है ते बगाना ही घर है। दुनियावी तौर ते सोचीए, धी दे सहुरिਆਂ ਨੂੰ किन्ना ਕੁ लोकी अपना ਮੰਨਦੇ ਆ, ਤੁਸੀਂ दिल ते हथ रख के दसो जी। ਤੇ ਜਦੋਂ ਉਹ ਧੀ ਵੀ ਕਿੰਨਾ ਕੁ ਮੰਨਦੀ, ਜਦੋਂ ਮਾਂ ਕੋਲ ਬੈਠੀ ਹੁੰਦੀ ਹੈ ਨਾ, ਫਿਰ ਦੱਸਦੀ ਮੇਰੀ ਸੱਸ ਇਦਾਂ ਕਰਦੀ, ਮੇਰਾ ਘਰ ਵਾਲਾ ਇਦਾਂ ਬੋਲਦਾ ਏ, ਬਾਪੂ ਇਦਾਂ ਸਾਡਾ। ਮੰਮੀ ਉਹਨਾਂ ਸਾਹਮਣੇ ਨਾ ਗੱਲ ਕਰਿਆ, ਮੰਨਿਆ ਕਦੇ ਆਪਣਾ ਆਪਣੇ ਬਣਦੇ ਹੀ ਕਦੇ ਨਹੀਂ। ਆਖਰ ਸਾਡਾ ਨਾਮ ਜਿੰਨਾ ਮਰਜ਼ੀ ਕਹੀ ਜੋ ਲੋਕ ਦਿਖਾਵੇ ਹੁੰਦਾ, ਸੱਚੀਆਂ ਗੱਲਾਂ ਤੇ ਆਹੀ ਨੇ, ਨਹੀਂ ਮੰਨਦਾ। ਇਸੇ ਕਰਕੇ ਰਾਏ ਬੁਲਾਰ ਲਿਖਦੇ ਜੀ, ਕਹਿੰਦੇ ਰਿਸ਼ਤੇਦਾਰ ਨਾ ਸਮਝੀ ਕਿਤੇ, ਰੱਬ ਸਮਝ ਕੇ ਇਹਨਾਂ ਦੀ ਪੂਜਾ ਕਰੀ। हो सके जो मंगन खुश रहन, जब तेरे कोल खुश रहणगे ना, मां बाप खुश रहणगे बच्चे, क्योंकि पिता नूं ते यही है मेरा पुत काम लग जे। नाल उन्हें भी लिखता भी जे कोशिश करियो, गुरु नानक साहब महाराज कोई काम करना चाहुंदे होए ते काम करवा दिओ। इह सिफारिश है राय बुलार जी दी। काम किहड़ा होऊगा जी? मोदी खाना, क्योंकि नवाब दौलत खान कौन है? राय बुलार जी का रिश्तेदार है, वो भी मुसलमान। ਤੇ ਜੈਰਾਮ ਜੀ ਨਾਲ ਇਹਨਾਂ ਦਾ ਪਿਆਰ ਬੜਾ ਹੈ। चिट्ठी ਵਿੱਚ ਸਾਰਾ ਕੁਝ ਲਿਖ ਦਿੱਤਾ। ਕਵੀ ਕਹਿੰਦੇ ਇਹ चिट्ठी ਪਿਤਾ ਤੋਂ ਗੁਪਤ ਸੀ, ਪਿਤਾ ਨੇ ਪੜ੍ਹੀ ਨਹੀਂ ਨਾ ਪੜ੍ਹਾਈ ਗਈ ਹੈ। ਦਈ ਹੱਥ ਮੈਂ ਹੀਰ ਰੂਪਿੰਗ ਦਇਆਲਾ, ਬੁਲਾਇਓ ਮੁਝੇ ਸੰਗ देने किरपाला। जिस वेले चिट्ठी लिख के राय बुलार जी ने गुरु नानक साहब जी नूं सौंप दित्ती ना, मन भर आया उन्हां दा। चिट्ठी कहंदे भाई बाला जी कहंदे मैनूं भी सद्दा आ गया, बुलाया भाई तैनूं। कहंदे मैं भी आके मत्था टेकिया। राय बुलार हत्थ जोड़ के कहंदे बालिया तू गुरु साहब दे नाल जाना है। कहंदे मैं भी सोचदा सी घरे भी जे मर्द चले गए मेरा की बनूगा। कहंदे मेरी भी सुन ली रब ने। कहंदे तू भी नाल चल, खुदा दा नाम। कहते मेरा तो खुशी का ठिकाना ही कोई नहीं सी। वो बड़े लोग ने जिहड़े घर छड्ड के खुश ने, घर है कि तुहानूं पता है जिहड़ी जवानी की उम्र हुंदी है ना, एक घर च इहदा जी नहीं लगता। बुढ़ापे जाके हरेक ही कहता चल यार हुण तीर्थ ते की जाना है, घर ही आ जाता टीवी ते। जब जवानी होती है ना, उदों शिमला भी घरे आउंदा सी, मनाली भी घरे आउंदी सी टीवी ते, आउंदा सारा कुछ सी, आउंदा कनेडा भी सी, पर कहता नहीं मैं जाना है ते जाना है। जवानी सी। ਲੈ ਹੁਣ ਬੁੜਿਆਂ ਨੂੰ ਪੁੱਛੋ, ਬੱਚੇ ਬਾਹਰ ਰਹਿੰਦੇ ਆਪ, ਜਾਣਾ ਕੈਨੇਡਾ, ਜਾਣਾ ਅਮਰੀਕਾ, ਕਹਿੰਦੇ ਕੀ ਆ ਉੱਥੇ ਕੁਛ ਨਹੀਂ ਹੈ, ਇੰਡੀਆ ਵਰਗੀ ਮੌਜ ਨਹੀਂ, ਇੱਥੇ ਨਹੀਂ ਜਾ ਰਹੇ। ਵੀ ਜੇ ਇੱਥੇ ਨਜ਼ਾਰੇ ਹੁਣ ਦੇ ਤੇ ਪਹਿਲਾਂ ਕਿਉਂ ਫਿਰਦਾ ਸੀ ਭੱਜਿਆ 20 ਲੱਖ ਖਰਚਦਾ। ਇਹ ਉਮਰ ਦੀ ਗੱਲ ਹੈ, ਵਕਤ ਦੀਆਂ ਗੱਲਾਂ ਨੇ। ਜਦੋਂ ਭਾਈ ਬਾਲਾ ਜੀ ਨੂੰ ਬੁਲਾਇਆ, ਕਹਿੰਦੇ ਮੈਂ ਖੁਸ਼ੀ 'ਚ ਮੱਥਾ ਟੇਕਦਾ ਰਾਏ ਬੁਲਾਰ ਜੀ ਨੂੰ, ਮੈਨੂੰ ਬੜੀ ਖੁਸ਼ੀ ਹੋਈ। ਤੇ ਗੁਰੂ ਸਾਹਿਬ ਨੇ ਕਹਿੰਦੇ ਚਿੱਠੀ ਮੈਨੂੰ ਫੜਾਤੀ, ਕਹਿੰਦੇ ਬਾਲਾ ਜੀ ਆਪਾਂ ਹੁਣ ਜਾਣਾ ਹੈ। जिस घर दे विच पिता कहते हैं मैनूं पुत नूं वेख दुख लगदा है, उत्थे रह के दुख देना ही क्यों आ। खुदा दा नाम चल वालिया चलीए। जदों गुरु साहब तुरन लगे, दिल ते प्यो दा भी होंदा है, दुखाना नहीं ना है कि मैनूं दुख है तेरे नाल, पत्थर दिल बना के रखा।
ਰਾਏ ਬੁਲਾਰ ਦੀ ਅੱਖਾਂ ਭਰ ਆਈਆਂ, ਸੋ ਸਮਾਂ ਹੋਇਆ ਜੀ ਵਿਦਾਇਗੀ ਹੋਊਗੀ। ਕਿਵੇਂ ਜਾਣਗੇ, ਉੱਥੇ ਕੀ ਹੋਣਾ ਹੈ, ਪਿੱਛੋਂ ਕੀ ਹੋਣਾ ਹੈ, ਸਾਰੇ ਪ੍ਰਸੰਗ ਗੁਰੂ ਸਾਹਿਬ ਦੀ ਕਿਰਪਾ ਨਾਲ ਕੱਲ੍ਹ ਦੇ ਦੀਵਾਨਾਂ 'ਚ ਵਿਚਾਰਾਂਗੇ। ਵਾਹਿਗੁਰੂ ਵਾਹਿ